ਜਿਹੜਾ ਥੋੜਾ ਬਹੁਤਾ 26 ਜਨਵਰੀ ਤੋਂ ਬਾਅਦ ਡੈਂਟ ਪਿਆ ਸੀ ਉਹਨੂੰ ਸਵਾਰਨ ਵਾਸਤੇ ਖਹਿਰਾ ਸਾਹਿਬ ਨੇ ਲੱਖਾ ਸਿਧਾਣਾ, ਦੀਪ ਸਿੱਧੂ, ਇਵਨ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਚਾਹੇ ਉਹ ਤਾਪਸੀ ਪੰਨੂ ਹੋਵੇ ਜਾਂ ਪੰਜਾਬੀ ਸਿੰਗਰ ਹੋਣ ਜਾਂ ਹੋਰ ਬਹੁਤ ਸਾਰੇ ਸਮਾਜ ਸੇਵੀ ਹੈਗੇ ਉਹਨਾਂ ਦੀ ਗੱਲ ਹੋਵੇ, ਉਹਨਾਂ ਨੂੰ ਵੀ ਨੋਟਸ ਜਿਹੜੇ ਹੈਗੇ ਉਹ ਕੱਢੇ ਗਏ ਨੇ। ਸੁਖਪਾਲ ਸਿੰਘ ਖਹਿਰਾ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ, ਈਡੀ ਨੂੰ ਪੂਰੇ ਉਹ ਸਹਿਯੋਗ ਦੇ ਰਹੇ ਨੇ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ। ਹੱਥ ਹਿਲਾ ਰਹੇ ਨੇ ਸੁਖਪਾਲ ਸਿੰਘ ਖਹਿਰਾ, ਆਪਣੇ ਹੱਥ ਹਿਲਾ ਰਹੇ ਨੇ। ਕਿ ਵਾਕਈ ਤੁਹਾਨੂੰ ਲੱਗਦਾ ਕਿ ਵਿਦੇਸ਼ਾਂ ਤੋਂ ਜਿਹੜਾ ਫੰਡ ਆ ਰਿਹਾ ਕੇਂਦਰ ਸਰਕਾਰ ਦੀ ਉਸ ਉੱਤੇ ਨਜ਼ਰ ਹੈ ਕਿ ਵਿਦੇਸ਼ਾਂ ਨੂੰ ਫੰਡ ਖਹਿਰਾ ਸਾਹਿਬ ਨੂੰ ਤਾਂ ਨਹੀਂ ਥੋੜਾ ਆ ਰਿਹਾ ਹੈ, ਉਹਦਾ ਜਿਹੜਾ ਵਿਦੇਸ਼ਾਂ ਨੂੰ ਫੰਡ ਆ ਰਿਹਾ ਹੈ ਉਹਦਾ ਮਦਦ ਕਰਨ ਲਈ ਅਪੀਲ ਕਰਦੇ ਨੇ। ਵਿਦੇਸ਼ੀ ਸਾਡੇ ਭਰਾ ਬੈਠੇ ਨੇ, ਉਹਨਾਂ ਕੋਲੇ ਪੈਸਾ ਚੰਗੀ ਕਮਾਈਆਂ ਉਹਨਾਂ ਦੀਆਂ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਹਿੰਦੇ ਆ, ਪਰ ਕਿੱਥੇ ਰਹਿ ਗਿਆ ਲੋਕਤੰਤਰ? ਇੱਥੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ, ਕਤਲ ਕੀਤਾ ਜਾ ਰਿਹਾ। ਅੱਜ ਸੱਚ ਦੀ ਆਵਾਜ਼ ਨੂੰ ਹਮੇਸ਼ਾ ਹੀ ਦਬਾਇਆ ਜਾਂਦਾ ਯਾਰ। ਅੱਜ ਤੱਕ ਗੁਰੂ ਨਾਨਕ ਦੇਵ ਜੀ ਨੂੰ ਦਬਾਉਂਦੇ ਸੀ ਲੋਕ, ਗੁਰੂ ਗੋਬਿੰਦ ਸਿੰਘ ਨਾਲ ਵੀ ਏਡੀਆਂ ਲੜਾਈਆਂ ਹੋ ਗਈਆਂ ਸੀ, ਉਹਨਾਂ ਨੂੰ ਸਾਰਾ ਸਰਬੰਸ ਮਾਰਨਾ ਪਿਆ ਸੀ। ਆਪਣੇ ਜਿਹੜਾ ਮਜ਼ਦੂਰਾਂ ਦਾ ਝੰਡਾ ਚੱਕਣਾ, ਆਪਣੇ ਜਿਹੜਾ ਹੈਗਾ ਨਿਸ਼ਾਨ ਸਾਹਿਬ ਆਪਣੇ ਧਰਮ ਦਾ ਚਿੰਨ੍ਹ ਚੱਕਣਾ, ਇਹ ਕੋਈ ਦੇਸ਼ ਧਰੋਹੀ ਹੋ ਗਿਆ ਤੇ ਉਹਨਾਂ ਦੇ ਝੂਠੇ ਪਰਚੇ ਪਾਏ ਜਾ ਰਹੇ ਨੇ ਕਿ ਇਸ ਤਰ੍ਹਾਂ ਕਰਕੇ। ਸਾਰੇ ਸਮੁੱਚੇ ਹਾਊਸ ਨੇ ਇਸ ਗੱਲ ਦੀ ਨਿੰਦਿਆ ਕੀਤੀ ਤੇ ਇਹ ਵੀ ਕੀਤਾ ਵੀ ਕਿ ਰੈਜੂਲੇਸ਼ਨ ਲੈ ਕੇ ਆਓ। ਸੰਧੂ ਸਾਹਿਬ ਨੇ ਕਿਹਾ ਤੇ ਇਹ ਰੈਜੂਲੇਸ਼ਨ ਇਹ ਹੋਵੇ ਵੀ ਘੱਟੋ ਘੱਟ ਈਡੀ ਵਰਗੀਆਂ ਦੀਆਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਉਹਨਾਂ ਦੇ ਛਾਪੇ ਰਾਜ ਸਰਕਾਰਾਂ ਨੂੰ ਮਤਲਬ ਦੱਸ ਕੇ ਮਾਰੇ ਜਾਣ। ਯੂਏਪੀ ਹੈ ਜਿਹੜਾ ਇੱਕ ਬੀਜੇਪੀ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਸੀ, ਛੋਟੇ ਬੱਚਿਆਂ ਦੇ ਝੂਠੇ ਪਰਚੇ ਪਾਏ ਜਾ ਰਹੇ ਸੀ। ਉਸ ਸਮੇਂ ਵੀ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਮਿਲ ਕੇ ਅਸੀਂ ਉਹ ਪਿੰਡਾਂ ਤੱਕ ਪਹੁੰਚ ਕੀਤੀ। ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਕੇਂਦਰ ਦੇ ਇਸ਼ਾਰੇ ਤੇ ਚੱਲਦੀਆਂ, ਇਹ ਇਸ਼ਾਰੇ ਤੇ ਦੁਰਵਰਤੋਂ ਹੋ ਰਹੀ ਹੈ ਇਹਨਾਂ ਦੀ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਖਹਿਰਾ ਸਾਹਿਬ ਤੁਸੀਂ ਦੇਖੋਗੇ ਕੁਝ ਨਹੀਂ ਨਿਕਲਣਾ। ਕਿ ਜਿਹੜਾ ਨਵਰੀਤ ਮੁੰਡਾ ਜਿਹੜਾ ਪੁਲਿਸ ਦੀ ਗੋਲੀ ਨਾਲ ਜਿਹੜਾ ਮਾਰਿਆ ਗਿਆ, ਉਹਦਾ ਮਸਲਾ ਚੱਕਿਆ, ਉਹਦਾ ਮੁੱਦਾ ਚੱਕਿਆ ਔਰ ਲਗਾਤਾਰ ਜਿਹੜਾ ਹੈਗਾ ਉਹ ਕਿਸਾਨੀ ਸੰਘਰਸ਼ ਦੀ ਔਰ ਨੌਜਵਾਨਾਂ ਤੇ ਪਾਏ ਝੂਠੇ ਪਰਚਿਆਂ ਦੀ ਜਿਹੜੀ ਉਹ ਗੱਲ ਕਰ ਰਹੇ ਨੇਗੇ। ਸੋ ਇਹ ਚੀਜ਼ ਉਹਨਾਂ ਨੂੰ ਹਜਮ ਨਹੀਂ ਆ ਰਹੀ ਹੈਗੀ ਬੀਜੇਪੀ ਦੀ ਸਰਕਾਰ ਨੂੰ। ਬੀਜੇਪੀ ਨੇ ਤੁਹਾਨੂੰ ਕਿਹਾ ਕਿ ਖਹਿਰਾ ਸਾਹਿਬ ਨੂੰ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਜਾਣ? ਕਦੋਂ ਦੀ? ਬਹੁਤ ਵਾਰੀ ਪਿਛਲੇ ਚੋਣਾਂ ਤੋਂ 2019 ਦੀਆਂ ਚੋਣਾਂ ਤੋਂ ਪਹਿਲਾਂ ਬਾਅਦ ਬਹੁਤ ਵਾਰੀ ਕਿਹੜੇ ਆਗੂ ਦੇ ਵੱਲੋਂ ਕਿਹਾ ਗਿਆ? ਵੱਖ ਲੋਕਾਂ, ਕਾਫੀ ਆਗੂਆਂ ਵੱਲੋਂ ਕਿਹਾ ਗਿਆ। ਪੰਜਾਬ ਦੇ ਲੋਕ ਜਿਹੜੇ ਉਹ ਕਦੇ ਵੀ ਮਤਲਬ ਇਹ ਥੁੱਦੂ ਭੋਕੀਆਂ ਤੋਂ ਡਰਨਗੇ ਨਹੀਂ। ਸੋ ਜਗਦੇਵ ਸਿੰਘ ਕਮਾਲੂ ਜੀ, ਕੀ ਵੱਡਾ ਕਾਰਨ ਮੰਨਦੇ ਹੋ ਕਿਸਾਨੀ ਅੰਦੋਲਨ ਜਿੱਥੇ ਚੱਲ ਰਿਹਾ ਹੈ? ਸੁਖਪਾਲ ਸਿੰਘ ਖਹਿਰਾ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ, ਇਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ? ਹਾਂ ਇਹ ਤਾਂ ਪਤਾ ਹੀ ਹੈ ਵੀ ਭਾਜਪਾ ਸਰਕਾਰ ਨੂੰ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡੀ ਮਤਲਬ ਸ਼ਮੂਲੀਅਤ ਕਰਕੇ, ਜਿਹੜਾ ਆਪਾਂ ਨੂੰ ਪਤਾ ਹੈ ਕਿ ਜੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਥੋੜਾ ਬਹੁਤਾ 26 ਜਨਵਰੀ ਤੋਂ ਬਾਅਦ ਡੈਂਟ ਪਿਆ ਸੀ ਉਹਨੂੰ ਸਵਾਰਨ ਵਾਸਤੇ ਖਹਿਰਾ ਸਾਹਿਬ ਨੇ ਲੱਖਾ ਸਿਧਾਣਾ, ਦੀਪ ਸਿੱਧੂ, ਇਵਨ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਜਿਹੜਾ ਰਵਨੀਤ ਮਾਰਿਆ ਗਿਆ ਸੀ ਗੋਲੀ ਨਾਲ, ਸਰਕਾਰ ਨੇ ਗੋਲੀ ਨਾਲ ਮਾਰਤਾ ਸੀ ਮੁੰਡਾ, ਉਹਦਾ ਜਿਹੜਾ ਮਸਲਾ ਸੀ ਉਹਦੇ ਭੋਗ ਤੇ ਜਾ ਕੇ ਬੋਲਣਾ, ਬੜੀ ਬੇਧੜਕ ਆਵਾਜ਼ ਨਾਲ ਮਤਲਬ ਇਹ ਕਰਨਾ। ਇਸ ਲਈ ਅੱਜ ਲੋੜ ਹੈ ਕਿ ਇਹ ਮਤਲਬ ਇਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਸਾਨੂੰ। ਜੇ ਪੰਜਾਬ 'ਚ ਕੋਈ ਸੰਘਰਸ਼ ਨੂੰ ਜਿੱਤਣ ਵਾਸਤੇ ਇਹ ਜਿਹੇ ਧੜਕ ਲੋਕਾਂ ਦੀ ਲੋੜ ਹੈ ਤੇ ਮੈਂ ਇਸ ਗੱਲ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਨਹੀਂ ਡਰਨਗੇ, ਨਹੀਂ ਦਬਣਗੇ ਜਿਵੇਂ ਤੁਸੀਂ ਦਬਾਉਣਾ। ਡਰੱਗ ਮਾਮਲੇ ਵਿੱਚ ਪਹਿਲਾਂ ਵੀ ਉਹਨਾਂ ਦਾ ਇੱਕ ਵਾਰੀ ਨਾਮ ਵੱਜਿਆ, ਉਹਨਾਂ ਨੂੰ ਜ਼ਮਾਨਤ ਵੀ ਲੈਣੀ ਪਈ ਇਸ ਮਾਮਲੇ ਦੇ ਵਿੱਚ, ਤੇ ਵਿਦੇਸ਼ੀ ਫੰਡਿੰਗ ਮਾਮਲੇ ਦੇ ਨਾਲ ਵੀ ਅੱਜ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਵਾਕਈ ਤੁਹਾਨੂੰ ਲੱਗਦਾ ਕਿ ਵਿਦੇਸ਼ਾਂ ਤੋਂ ਜਿਹੜਾ ਫੰਡ ਆ ਰਿਹਾ ਕੇਂਦਰ ਸਰਕਾਰ ਦੀ ਉਸ ਉੱਤੇ ਨਜ਼ਰ ਹੈ ਕਿ ਵਿਦੇਸ਼ਾਂ ਨੂੰ ਫੰਡ ਖਹਿਰਾ ਸਾਹਿਬ ਨੂੰ ਤਾਂ ਨਹੀਂ ਥੋੜਾ ਆ ਰਿਹਾ ਹੈ, ਉਹਦਾ ਜਿਹੜਾ ਵਿਦੇਸ਼ਾਂ ਨੂੰ ਫੰਡ ਆ ਰਿਹਾ ਹੈ ਉਹਦਾ ਮਦਦ ਕਰਨ ਲਈ ਅਪੀਲ ਕਰਦੇ ਨੇ। ਵਿਦੇਸ਼ੀ ਸਾਡੇ ਭਰਾ ਬੈਠੇ ਨੇ, ਉਹਨਾਂ ਕੋਲੇ ਪੈਸਾ ਚੰਗੀ ਕਮਾਈਆਂ ਉਹਨਾਂ ਦੀਆਂ। ਉਹ ਜਿਹੜੇ ਸਾਡੇ ਪਿੱਛੇ ਕਿਸੇ ਨਾਲ ਹਾਦਸਾ ਵਾਪਰ ਜਾਂਦਾ, ਕਿਸਾਨ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਹੋਰ ਟ੍ਰੈਜਡੀ ਹੋ ਜਾਂਦੀ ਹੈ, ਜਾਂ ਜਵਾਪਾ ਵਰਗੇ ਕਾਨੂੰਨਾਂ 'ਚ ਉਹਨਾਂ ਨੇ ਬੜੀ ਤਕੜੀ ਆਵਾਜ਼ ਉਠਾ ਕੇ ਕਿਹਾ ਵੀ ਇਹ ਗਲਤ ਹੈ ਤੇ ਗਲਤ ਉਹੀ ਪੈਸਾ ਪਰੇਸ਼ਾਨੀ ਬਣ ਰਹੀ ਹੈ ਸ਼ਾਇਦ। ਪਰੇਸ਼ਾਨੀ ਕੋਈ ਨਹੀਂ, ਪਰੇਸ਼ਾਨੀ ਇਹ ਦਬਾਉਂਦੇ ਹੀ ਹੁੰਦੇ ਨੇ। ਸੱਚ ਦੀ ਆਵਾਜ਼ ਨੂੰ ਹਮੇਸ਼ਾ ਹੀ ਦਬਾਇਆ ਜਾਂਦਾ ਯਾਰ। ਅੱਜ ਤੱਕ ਗੁਰੂ ਨਾਨਕ ਦੇਵ ਜੀ ਨੂੰ ਦਬਾਉਂਦੇ ਸੀ ਲੋਕ, ਗੁਰੂ ਗੋਬਿੰਦ ਸਿੰਘ ਨਾਲ ਵੀ ਏਡੀਆਂ ਲੜਾਈਆਂ ਹੋ ਗਈਆਂ ਸੀ, ਉਹਨਾਂ ਨੂੰ ਸਾਰਾ ਸਰਬੰਸ ਮਾਰਨਾ ਪਿਆ ਸੀ। ਇਹ ਕੋਈ ਛੋਟੀ ਘਣੀ ਗੱਲ ਨਹੀਂ, ਕਿਉਂਕਿ ਜਿਹੜੇ ਲੋਕ ਸਰਕਾਰਾਂ ਨਾਲ ਮੱਥਾ ਲਾਉਂਦੇ ਨੇ ਉਹਨਾਂ ਨੂੰ ਪਤਾ ਵੀ ਕਿ ਇਸ ਤਰ੍ਹਾਂ ਸਾਨੂੰ ਉਲਝਾਉਣਗੇ, ਦਬਾਉਣਗੇ। ਪਰ ਪੰਜਾਬ ਦੇ ਲੋਕ ਸਮੇਤ ਖਹਿਰਾ ਸਮੇਤ ਅਸੀਂ MLA ਮਤਲਬ ਕਦੇ ਵੀ ਸਰਕਾਰ ਦੀਆਂ ਇਹ ਫੁੱਦੂ ਭਮਕੀਆਂ ਤੋਂ ਡਰਾਂਗੇ ਨਹੀਂ। ਵਿਧਾਨ ਸਭਾ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਉਸ ਵਿੱਚ ਤੁਸੀਂ ਅੱਜ ਵਿਧਾਨ ਸਭਾ 'ਚ ਆਵਾਜ਼ ਚੁੱਕੀ? ਆਵਾਜ਼ ਵਿੱਚ
ਕਿਉਂਕਿ ਸਭ ਤੋਂ ਪਹਿਲਾਂ ਪਰਮਿੰਦਰ ਢੀਂਡਸਾ ਜੀ ਨੇ ਇਹ ਮਸਲਾ ਰੱਖਿਆ ਤੇ ਅਸੀਂ ਸਾਰਿਆਂ ਨੇ ਮਤਲਬ ਸਾਰੀਆਂ ਪਾਰਟੀਆਂ ਨੇ ਸਾਰੇ ਸਮੁੱਚੇ ਹਾਊਸ ਨੇ ਇਸ ਗੱਲ ਦੀ ਨਿੰਦਿਆ ਕੀਤੀ ਤੇ ਇਹ ਵੀ ਕੀਤਾ ਵੀ ਕਿ ਰੈਜੂਲੇਸ਼ਨ ਲੈ ਕੇ ਆਓ। ਸੰਧੂ ਸਾਹਿਬ ਨੇ ਕਿਹਾ ਤੇ ਇਹ ਰੈਜੂਲੇਸ਼ਨ ਇਹ ਹੋਵੇ ਵੀ ਘੱਟੋ ਘੱਟ ਈਡੀ ਵਰਗੀਆਂ ਦੀਆਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਉਹਨਾਂ ਦੇ ਛਾਪੇ ਰਾਜ ਸਰਕਾਰਾਂ ਨੂੰ ਮਤਲਬ ਦੱਸ ਕੇ ਮਾਰੇ ਜਾਣ। ਹਮੇਸ਼ਾ ਸਾਹਿਬ ਦੇ ਨਾਲ ਹੁੰਦੇ ਆ, ਤੁਹਾਡੇ ਤੇ ਵੀ ਕੱਲ ਨੂੰ ਗਾਜ ਗਿਰ ਸਕਦੀ ਹੈ ਇਹ। ਗਿਰ ਸਕਦੀ ਹੈ, ਗਿਰੀ ਜਾਵੇ, ਫਿਰ ਕੀ ਗੱਲ ਹੈ, ਕਰ ਪਰਵਾਹ ਕਾਹਦੀ ਹੈ। ਜਦੋਂ ਲੜਦੇ ਆ ਲੋਕਾਂ ਲਈ ਲੜਾਂਗੇ, ਇਨਸਾਫ ਦੀ ਲੜਾਈ ਲੜਨ ਲਈ ਜੋ ਮਰਜ਼ੀ ਕੁਰਬਾਨੀ ਕਰਨੀ ਪਈ ਕਰਾਂਗੇ। ਕਾਫੀ ਸਮਾਂ ਪਹਿਲਾਂ ਖਹਿਰਾ ਸਾਹਿਬ ਨੇ ਮੁਹੱਲੀ ਪ੍ਰੈਸ ਕਾਨਫਰੰਸ ਕੀਤੀ ਸੀ, ਤੁਸੀਂ ਵੀ ਨਾਲ ਆਏ ਸੀ ਹਾਂਜੀ। ਤੁਹਾਡੇ ਵੱਲੋਂ ਚੁੱਕੇ ਗਏ ਸੀਗੇ। ਹਾਂਜੀ ਹਾਂ ਇਹਨਾਂ ਦਾ ਵੀ ਖਦਸ਼ਾ ਹੈ ਕਿ ਜਿਹੜੇ ਮਾਮਲੇ ਚੁੱਕੇ ਸੀ ਸ਼ਿਕਾਰ ਬਣਾਇਆ ਜਾ ਸਕਦਾ ਤੁਹਾਨੂੰ। ਆ ਬਣਾਇਆ ਜਾ ਸਕਦਾ ਹੈ। ਮਤਲਬ ਹਰ ਗੱਲ ਜਿਹੜੇ ਖਹਿਰਾ ਨਾਲ ਆ ਜਾਂ ਗੱਲ ਕਰਦੇ ਨੇ, ਅੱਜ ਪੂਰਾ ਪੰਜਾਬ ਨਾਲ ਹੈ ਖਹਿਰਾ ਸਾਹਿਬ ਦੇ, ਮੈਂ ਕੀ ਗੱਲਾਂ ਨਾਲ ਆ, ਪੂਰਾ ਹਾਊਸ ਨੇ ਇਹ ਗੱਲ ਮੰਨੀ। ਬਿਸ਼ੱਕੋ 'ਚ ਕਾਂਗਰਸ ਦੇ ਮਾਨਯੋਗ ਐਮਐਲਏ ਮਿਨਿਸਟਰ ਸੀ, ਬਿਸ਼ੱਕੋ 'ਚ ਆਪ ਆਦਮੀ ਪਾਰਟੀ ਦੇ ਸਤਿਕਾਰਯੋਗ ਐਮਐਲਏ ਸੀ, ਸ਼੍ਰੋਮਣੀ ਅਕਾਲੀ ਦਲ ਦੇ ਸੀ, ਲੋਕ ਇਨਸਾਫ ਦੇ ਸੀ। ਉਹਨਾਂ ਨੇ ਸਾਰਿਆਂ ਨੇ ਇਹ ਗੱਲ ਮੰਨੀ ਕਿ ਇਹ ਗੱਲ ਗਲਤ ਹੈ, ਇਹ ਆਵਾਜ਼ ਨੂੰ ਦਬਾਉਣਾ, ਇਹ ਜਿਹੜੇ ਛਾਪੇ ਮਾਰ ਕੇ। ਸਾਨੂੰ ਪਤਾ ਹੈ ਵੀ ਖਹਿਰੇ ਨੇ ਕਿੰਨਾ ਕੁ ਕੋਈ ਫੰਡਿੰਗ ਕੀਤੀ ਹੈ ਬਾਹਰੋਂ, ਕਿੰਨਾ ਕੁ ਪੈਸਾ ਹੋ ਗਿਆ ਇਹਦੇ ਕੋਲੇ, ਸਾਨੂੰ ਪਤਾ ਹੈ ਵੀ ਇਹ ਆਪ ਕਰਜ਼ਈ ਹੈ, ਸਾਨੂੰ ਪਤਾ ਹੈ, ਅਸੀਂ ਇਹਦੇ ਨਾਲ ਦੀਆਂ ਮਤਲਬ ਪਤਾ ਹੈ ਸਾਨੂੰ ਸਾਰੀ ਗੱਲ ਦਾ। ਅਸੀਂ ਤਾਂ ਇਹ ਕਹਿੰਦੇ ਰਹਿੰਦੇ ਆ ਵੀ ਕਿਸੇ ਜਿਹੜੇ ਮੌਤ ਹੋ ਜਾਂਦੀ ਹੈ ਕਿਸਾਨ ਦੀ, ਖਹਿਰਾ ਸਾਹਿਬ 50,000 ਰੁਪਏ ਦਾ ਪ੍ਰਬੰਧ ਕਰਾਓ, ਅਸੀਂ ਉਹਦੀ ਮਦਦ ਕਰ ਦਈਏ ਯਾਰ। ਅਸੀਂ ਆਪਦੇ ਕੋਲੋਂ ਕਰ ਚੁੱਕੇ ਹਾਂ ਜਿੰਨੀ ਕਰ ਸਕਦੇ ਸੀ। 20-30 ਹਜ਼ਾਰ ਹੀ ਦੇ ਸਕਦਾ ਇੱਕ ਐਮਐਲਏ ਤਾਂ, ਮਤਲਬ ਇੰਨੀ ਕੁ ਮਦਦ ਅਸੀਂ ਆਪਦੇ ਕੋਲੇ ਕਰ ਸਕਦੇ ਹਾਂ। ਅਸੀਂ ਇਹਨਾਂ ਨੂੰ ਕਹਿੰਦੇ ਨੇ ਬਾਹਰੋਂ ਪੁੱਛਾਂਗੇ, ਕਿਸੇ ਨੂੰ ਕਹਾਂਗੇ ਜੇ ਕੋਈ ਮਦਦ ਕਰਦਾ ਹੋਇਆ ਤਾਂ ਸਿੱਧੀ ਮਦਦ 20-30 ਹਜ਼ਾਰ ਰੁਪਏ ਦੀ ਜਿੰਨੀ ਕੁ ਕਰ ਸਕਦਾ ਹੋਇਆ ਕੋਈ ਸਾਡਾ ਬਾਹਰ ਬੈਠਾ ਭਰਾ, ਜਿਹੜੇ ਸੌਖੇ ਭਰਾ ਹੈ ਕਿਉਂਕਿ ਉਹਨਾਂ ਦੇ ਕਾਰੋਬਾਰ ਚੰਗੇ ਨੇ, ਇਸ ਲਈ ਇੰਨੀ ਕੁ ਜੇ ਇਹਨਾਂ ਕੋਲੇ ਪੈਸੇ ਆਮ ਹੋਣ ਜਾਂ ਆਮ ਬਾਹਰੋਂ ਫੰਡ ਆਉਂਦੀ ਹੋਵੇ ਤਾਂ ਅਸੀਂ ਤਾਂ ਇਹਨਾਂ ਦੇ ਬਹੁਤ ਮਿੱਤਰ ਹਾਂ, ਬਹੁਤ ਨੇੜੇ ਹਾਂ, ਔਖੇ ਸਮੇਂ ਵੀ ਇਹਨਾਂ ਦੇ ਨਾਲ ਖੜੇ ਹਾਂ। ਇਸ ਲਈ ਸਾਨੂੰ ਪਤਾ ਹੁੰਦਾ ਇਸ ਗੱਲ ਦਾ। ਇਸ ਲਈ ਅੱਜ ਜਿਹੜਾ ਇਹ ਹੈ, ਅਸੀਂ ਤਾਂ ਵਿਧਾਨ ਸਭਾ 'ਚ ਤੜਕੇ ਜਦੋਂ ਸੈਸ਼ਨ ਚੱਲਿਆ ਉਦੋਂ ਇਹ ਗੱਲ ਸੁਣੀ ਸੀ ਤੇ ਸਾਨੂੰ ਮਤਲਬ ਤਕਰੀਬਨ 9 ਵਜੇ ਪਤਾ ਲੱਗਿਆ ਤੇ ਅਸੀਂ ਸੈਸ਼ਨ 'ਚ ਇਹ ਆਵਾਜ਼ ਠਾ ਕੇ ਗੱਲ ਕਰਕੇ ਫਿਰ ਮਤਲਬ ਪਤਾ ਲੈਣ ਲਈ। ਜਿਵੇਂ ਦੀਪ ਸਿੱਧੂ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ, ਹੋਰ ਵੀ ਕਈ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਕਿਸਾਨੀ ਅੰਦੋਲਨ ਦੇ ਮਾਮਲੇ 26 ਜਨਵਰੀ ਦੀ ਘਟਨਾ ਕਰਨ ਤੋਂ ਬਾਅਦ, ਕੋਈ ਅਜਿਹਾ ਸਬੂਤ ਹੱਥ ਲੱਗਿਆ ਉਹਨਾਂ ਦੀ ਏਜੰਸੀਆਂ ਦੇ? ਕਿਵੇਂ ਏਜੰਸੀ ਸਿੱਧੇ ਆ ਕੇ ਛਾਪਾ ਮਾਰਦੀ, ਉਹ ਵੀ ਲਗਭਗ 10 ਥਾਵਾਂ ਦੇ ਉੱਤੇ ਛਾਪਾ ਮਾਰਿਆ ਗਿਆ, ਕੋਈ ਤਾਂ ਗੱਲਬਾਤ ਹੋਈ ਹੋਣੀ ਹੈ। ਕੋਈ ਗੱਲਬਾਤ ਨਹੀਂ ਯਾਰ, ਕੋਈ ਲੈਣਾ ਨਹੀਂ ਦੇਣਾ ਨਹੀਂ। ਮੈਂ ਤੁਹਾਨੂੰ ਇੱਕੋ ਗੱਲ ਕਹਿਤੀ ਵੀ ਇਹ ਦਬਾਉਣ ਵਾਸਤੇ ਹੈ ਵੀ ਬੋਲੇ ਨਾ, ਕਿਉਂਕਿ ਖਹਿਰਾ ਸਾਹਿਬ ਨਿਰਪੱਖ ਹੁੰਦੀਆਂ ਨੇ, ਆਜ਼ਾਦ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਕੋਈ ਯਾਦ ਨਹੀਂ, ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਕੇਂਦਰ ਦੇ ਇਸ਼ਾਰਿਆਂ ਤੇ ਚੱਲਦੀਆਂ, ਇਹ ਇਸ਼ਾਰੇ ਤੇ ਦੁਰਵਰਤੋਂ ਹੋ ਰਹੀ ਹੈ ਇਹਨਾਂ ਦੀ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਖਹਿਰਾ ਸਾਹਿਬ ਤੁਸੀਂ ਦੇਖੋਗੇ ਕੁਝ ਨਹੀਂ ਨਿਕਲਣਾ, ਕੋਈ ਗੱਲ ਨਹੀਂ ਆਉਣੀ, ਲੈਣਾ ਨਹੀਂ ਦੇਣਾ ਨਹੀਂ। ਝੂਠਾ ਦਾ ਕੋਈ ਇਲਜ਼ਾਮ ਲਾ ਦੇਣ ਤਾਂ ਗੱਲ ਵੱਖਰੀ ਹੈ, ਪਰ ਕੋਈ ਗੱਲ ਨਹੀਂ, ਸਾਫ਼ ਸੁਥਰੀ ਸਿੱਖਿਅਤ ਹੈ, ਬੇਬਾਕ ਲੀਡਰ ਹੈ, ਨਿਧੜਕ ਲੀਡਰ ਹੈ, ਨਿਧੜਕ ਬੋਲਦਾ ਹੈ। ਸਾਨੂੰ ਹੋਰ ਵੀ ਮਤਲਬ ਸਾਰਾ ਪਤਾ ਹੈ ਸਾਨੂੰ ਕਿ ਵੱਖ-ਵੱਖ ਪਾਰਟੀਆਂ, ਇਹ ਭਾਜਪਾ ਕਿਤੇ ਨਾ ਕਿਤੇ ਇਹ ਵੀ ਕਹਿੰਦੀ ਸੀ ਸਾਡੇ 'ਚ ਆ ਜਾਓ, ਤੇ ਅਸੀਂ ਉਹਨੂੰ ਚਿੱਟਾ ਜਵਾਬ ਦਿੱਤਾ ਵੀ ਤੁਹਾਡੇ ਵਰਗੇ ਕਰਪਟ ਲੋਕਾਂ ਨਾਲ ਸਾਡੀ ਨਿਭਣੀ ਨਹੀਂ, ਅਸੀਂ ਨਹੀਂ ਸੁਣਨੀ। ਬੀਜੇਪੀ ਨੇ ਤੁਹਾਨੂੰ ਕਿਹਾ ਕਿ ਖਹਿਰਾ ਸਾਹਿਬ ਨੂੰ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਜਾਣ, ਕਦੋਂ ਦੀ ਗੱਲ? ਬਹੁਤ ਵਾਰੀ ਪਿਛਲੇ ਚੋਣਾਂ ਤੋਂ 2019 ਦੀਆਂ ਚੋਣਾਂ ਤੋਂ ਪਹਿਲਾਂ ਬਾਅਦ ਬਹੁਤ ਵਾਰੀ ਕਿਹੜੇ ਆਗੂ ਦੇ ਵੱਲੋਂ ਕਿਹਾ ਗਿਆ? ਵੱਖ-ਵੱਖ ਲੋਕ ਕਾਫੀ ਆਗੂਆਂ ਵੱਲੋਂ ਕਿਹਾ ਗਿਆ। ਮੈਂ ਮਤਲਬ ਉਹਨਾਂ ਦਾ ਜ਼ਿਆਦਾ ਦਾ ਨਾਂ ਤਾਂ ਨਹੀਂ ਜਾਣਦਾ, ਪਰ ਕਈਆਂ ਵੱਲੋਂ ਸਾਡੇ ਤੱਕ ਵੀ ਪੇਸ਼ਕਸ਼ ਕੀਤੀ ਗਈ, ਖਹਿਰਾ ਸਾਹਿਬ ਨੂੰ ਕਹੋ ਤੁਸੀਂ ਸਾਰੇ ਆ ਜਾਓ। ਮੌਕਾ ਸੀ ਤੁਹਾਡੇ ਕੋਲ, ਫਿਰ ਕਿਉਂ ਨਹੀਂ ਗਏ ਬੀਜੇਪੀ ਦੇ ਵਿੱਚ? ਕਿਉਂ ਜਾਈਏ ਜੇ ਕਰਪਟ ਲੋਕ ਹੈ? ਕਿਉਂ ਅਸੀਂ ਜਿਹੜੇ ਚੁਣ ਕੇ ਆਏ ਆ, ਅਸੀਂ ਸਾਫ਼ ਸੁਥਰੇ ਤੇ ਵਧੀਆ ਛਵੀ ਵਾਲੇ ਬੰਦੇ ਹੋ। ਸਾਡੇ ਹਲਕਿਆਂ 'ਚ ਜਾ ਕੇ ਪੁੱਛ ਲਓ, ਕਦੇ ਕਿਸੇ ਪੈਸੇ ਦੇ ਰਵਾਦਾਰ ਨਹੀਂ, ਕਦੇ ਕਿਸੇ ਨਾਲ ਠੱਗੀ ਨਹੀਂ ਮਾਰੀ, ਧੋਖਾ ਨਹੀਂ ਕੀਤਾ। ਠੀਕ ਹੈ, ਸੱਤਾਧਾਰੀ ਹੈ ਨਹੀਂ, ਸਾਡੇ ਕੋਲ ਗ੍ਰਾਂਟਾਂ ਵੰਡਣ ਨੂੰ ਹੈ ਨਹੀਂ, ਹਰ ਇੱਕ ਦੇ ਦੁੱਖ ਸੁੱਖ ਸ਼ਰੀਕ ਹੁੰਦੇ ਆ ਤੇ ਹਰ ਇੱਕ ਨਾਲ ਖੜਦੇ ਆ, ਤੇ ਇਸੇ ਤਰ੍ਹਾਂ ਲੜਾਈ ਹੈ ਜਿਹੜੀ ਲੜਦੇ ਰਹਾਂਗੇ ਸਿਸਟਮ ਨੂੰ ਠੀਕ ਕਰਨ ਵਾਸਤੇ। ਕੀ ਤੁਸੀਂ ਮੰਨਦੇ ਹੋ ਕਿ ਬੀਜੇਪੀ ਦੇ ਵਿੱਚ ਖਹਿਰਾ ਸਾਹਿਬ ਨਹੀਂ ਗਏ, ਇਸ ਦਾ ਖਮਿਆਜ਼ਾ ਅੱਜ ਉਹਨਾਂ ਨੂੰ ਭੁਗਤਣਾ ਪੈ ਰਿਹਾ? ਹੋ ਸਕਦਾ ਇਹ ਗੱਲ, ਹੋ ਸਕਦੀ ਹੈ ਇਹ ਗੱਲ। ਇਹ ਕਈ ਕਾਰਨ ਨੇ, ਇੱਕ ਕਾਰਨ ਬੀਜੇਪੀ ਵਿੱਚ ਨਾ ਜਾਣਾ, ਦੂਜਾ ਕਾਰਨ ਕਿਸਾਨ ਮੋਰਚੇ ਦੀ ਇੰਨੀ ਹਮਾਇਤ ਕਰਨੀ, ਤੀਜੀ ਗੱਲ ਜੁਆਪਾ ਵਰਗੇ ਕਾਨੂੰਨਾਂ ਨੂੰ ਮਤਲਬ ਵੱਡੇ ਤੌਰ ਤੇ ਉਹਦਾ ਵਿਰੋਧ ਕਰਕੇ ਕਈ ਮੁੰਡਿਆਂ ਨੂੰ ਜਾਪਾ 'ਚੋਂ ਕਢਾਉਣਾ। ਤੇ ਅਸੀਂ ਤਾਂ ਇਹ ਵੀ ਕਹਿੰਦੇ ਰਹੇ ਹਾਂ, ਜਦੋਂ ਜਾਪਾ ਦਾ ਕਾਨੂੰਨ ਸਾਨੂੰ ਡਰਾਉਂਦੇ ਰਹੇ ਲੋਕ ਵੀ ਜਾਪਾ ਤੁਹਾਡੇ ਤੇ ਵੀ ਲਾ ਦੇਣਗੇ, ਤੁਸੀਂ ਇਹਨਾਂ ਦੀ ਮਦਦ ਕਿਉਂ ਕਰਦੇ ਹੋ? ਇਹਨਾਂ ਦੇ ਬਾਹਰ ਖਾਲਸਤਾਨੀਆਂ ਨਾਲ ਸੰਬੰਧ ਹੈ, ਇਹਨਾਂ ਦੇ ਪਾਕਿਸਤਾਨ ਨਾਲ ਸੰਬੰਧ ਹੈ, ਇਹਨਾਂ ਦੇ ਫਲਾਣੇ ਨਾਲ ਸੰਬੰਧ ਹੈ, ਸਾਨੂੰ ਵੀ ਡਰਾਉਂਦੇ ਰਹੇ ਨੇ। ਤੌਰ ਤੇ ਕਹਿੰਦੇ ਹੋ ਵੀ ਆਵਾਜ਼ ਚੁੱਕਣ ਦਾ ਖਮਿਆਜਾ ਹਾਂ ਆਵਾਜ਼ ਚੁੱਕਣ ਦਾ ਖਵਾਜਾ ਭੁਗਤਣਾ ਪੈ ਰਿਹਾ ਜੀ। ਸੋ ਜਗਦੇਵ ਸਿੰਘ ਕਮਾਲੂ, ਜਿਨ੍ਹਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਆਵਾਜ਼ ਚੁੱਕਣ ਦਾ ਜਿਹੜਾ ਖਮਿਆਜ਼ਾ ਹੈਗਾ ਉਹ ਭੁਗਤਣਾ ਪੈ ਰਿਹਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਉਹਨਾਂ ਦੇ ਘਰ ਰੇਡ ਮਾਰੀ ਹੈਗੀ ਹੈ। ਤੁਹਾਨੂੰ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਸੈਕਟਰ 5 ਚੰਡੀਗੜ੍ਹ ਦੀ 6 ਨੰਬਰ ਕੋਠੀ ਦੀਆਂ ਤਸਵੀਰਾਂ, ਜਿੱਥੇ ਅੱਜ ਰੇਡ ਮਾਰੀ ਗਈ ਹੈ। ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਗਿਆ। 10 ਥਾਵਾਂ ਦੇ ਉੱਤੇ
ਹੋਰ ਰੇਡ ਮਾਰੀ ਗਈ ਹੈ। ਹਾਲੇ ਵੀ ਜਿਹੜੀ ਜਾਂਚ ਹੈਗੀ ਹੈ ਉਹ ਜਾਰੀ ਹੈਗੀ ਹੈ। ਪਰ ਜਗਦੇਵ ਸਿੰਘ ਕਮਾਲੂ ਹੋਰਾਂ ਦਾ ਕਹਿਣਾ ਹੈ ਕਿ ਬੀਜੇਪੀ ਦੇ ਵੱਲੋਂ ਕਾਫੀ ਵਾਰ ਇਹ ਆਖੀ ਗਈ ਗੱਲ ਕਿ ਸੁਖਪਾਲ ਸਿੰਘ ਖਹਿਰਾ ਨੂੰ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣ, ਪਰ ਉਹਨਾਂ ਨੇ ਹਮੇਸ਼ਾ ਹੀ ਨਾ ਕਰ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਠੱਗ ਹੈ, ਲੋਟੂ ਆ, ਅਸੀਂ ਉਸ ਵਿੱਚ ਸ਼ਾਮਲ ਨਹੀਂ ਹੋਵਾਂਗੇ। ਜਗਦੇਵ ਸਿੰਘ ਕਮਾਲੂ ਕਹਿੰਦੇ ਨੇ ਕਿ ਬੀਜੇਪੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸ਼ਾਮਲ ਨਹੀਂ ਹੋਏ, ਜਿਸ ਦਾ ਜਿਹੜਾ ਖਮਿਆਜ਼ਾ ਹੈਗਾ ਉਹ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਭੁਗਤਣਾ ਪੈ ਰਿਹਾ ਹੈ। ਕਿਉਂਕਿ ਯੁਆਪਾ ਐਕਟ ਦੇ ਤਹਿਤ ਜਿਹੜੇ ਨੌਜਵਾਨਾਂ ਦੇ ਉੱਤੇ ਕੇਸ ਦਰਜ ਕੀਤੇ ਸੀ, ਉਹਨਾਂ ਦੀ ਜਿਹੜੀ ਮਦਦ ਕੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ, ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ। ਇਸ ਕਰਕੇ ਅੱਜ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਤੇ ਖਾਸ ਤੌਰ ਤੇ ਡਰੱਗ ਤਸਕਰੀ ਦੇ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਰੇਡ ਮਾਰੀ ਗਈ ਹੈ, ਕੀ ਤੱਥ ਕੀ ਸਬੂਤ ਉਹਨਾਂ ਦੇ ਹੱਥ ਲੱਗੇ ਨੇ, ਇਹ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਹੈਗਾ। ਪਰ ਇਹ ਅਜੇ ਸਮੇਂ ਰੇਡ ਮਾਰੀ ਜਾਂਦੀ ਹੈ ਜਦੋਂ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਹੈਗੇ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੇ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਰੋਸ ਧਰਨੇ ਦਿੱਤੇ ਜਾ ਰਹੇ ਨੇ। ਜਿਹੜੇ ਬੀਜੇਪੀ ਦੇ ਆਗੂ ਹੈਗੇ ਨੇ ਉਹਨਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਗੱਡੀਆਂ ਰੋਕੀਆਂ ਜਾ ਰਹੀਆਂ ਨੇ, ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ। ਅਜੇ ਦੇ ਵਿੱਚ ਜਿਹੜੀ ਕੇਂਦਰ ਦੀਆਂ ਏਜੰਸੀਆਂ ਹੈਗੀਆਂ ਨੇ, ਉਹ ਭਾਵੇਂ NIA ਹੋਵੇ, ਭਾਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ED ਹੋਵੇ, ਉਹ ਜਿਹੜੀਆਂ ਹੈਗੀਆਂ ਨੇ ਉਹ ਜਿਹੜੇ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਉਹਨਾਂ ਦੇ ਪਿੱਛੇ ਹੱਥ ਧੋ ਕੇ ਲੱਗੀਆਂ ਹੋਈਆਂ ਨੇ। ਕੇਂਦਰ ਦੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਨੂੰ ਹਵਾ ਬਾਹਰੋਂ ਮਿਲ ਰਹੀ ਹੈ, ਵਿਦੇਸ਼ਾਂ ਦੇ ਵਿੱਚੋਂ ਮਿਲ ਰਹੀ ਹੈ, ਬਾਹਰੋਂ ਜਿਹੜੀ ਫੰਡਿੰਗ ਆ ਰਹੀ ਹੈ ਤੇ ਉਸ ਫੰਡਿੰਗ ਨੂੰ ਰੋਕਣ ਲਈ ਕੇਂਦਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ। ਪਰ ਸੁਖਪਾਲ ਸਿੰਘ ਖਹਿਰਾ MLA ਦੀ ਕੋਠੀ ਦੇ ਉੱਤੇ ਰੇਡ ਮਾਰਨੀ ਇੱਕ ਵੱਡਾ ਮਸਲਾ ਜ਼ਰੂਰ ਹੈਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅੱਜ ਇਹ ਜਿਹੜਾ ਮਸਲਾ ਹੈਗਾ ਗੂੰਜਿਆ ਹੈਗਾ। ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜੀ ਕੇਂਦਰ ਦੀਆਂ ਏਜੰਸੀਆਂ ਹੈਗੀਆਂ ਨੇ ਉਹ ਸਿੱਧੇ ਤੌਰ ਉੱਤੇ ਕਿਸੇ ਵੀ ਵਿਧਾਇਕ ਦੇ ਉੱਤੇ ਇੱਦਾਂ ਰੇਡ ਨਾ ਮਾਰ ਸਕਣ। ਉਹਨਾਂ ਨੂੰ ਪਹਿਲਾਂ ਸੱਤਾਧਾਰੀ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੈ। ਪਰ ਇੱਕ ਵੱਡਾ ਸਵਾਲ ਜ਼ਰੂਰ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਲੈਣੀ ਪਈ ਸੀ। ਹੁਣ ਇੱਕ ਵਾਰ ਮੁੜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਰੇਡ ਮਾਰੀ ਗਈ ਹੈ ਤੇ ਕੀ ਕੁਝ ਨਿਕਲ ਕੇ ਆਉਂਦਾ ਹੈ, ਹਾਲੇ ਜਾਂਚ ਜਿਹੜੀ ਹੈਗੀ ਹੈ ਉਹ ਜਾਰੀ ਹੈਗੀ ਹੈ। ਜਿਹੜੀ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹੋ, ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਵਿਚਲੀ ਇਹ ਕੋਠੀ ਹੈਗੀ ਹੈ ਜਿੱਥੇ ਰੇਡ ਮਾਰੀ ਗਈ ਹੈ। ਤੁਹਾਨੂੰ ਹਮਦਰ TV ਉੱਤੇ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੁਖਪਾਲ ਸਿੰਘ ਖਹਿਰਾ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਆਏ ਤੇ ਜਗਦੇਵ ਸਿੰਘ ਕਮਾਲੂ ਦਾ ਕਹਿਣਾ ਹੈ ਕਿ ਇਸੇ ਕਰਕੇ ਅੱਜ ਉਹਨਾਂ ਨੂੰ ਕੇਂਦਰ ਦੀ ਏਜੰਸੀ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ। ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਉਹ ਇੱਕ ਤਾਂ ਬੀਜੇਪੀ ਦੇ ਵਿੱਚ ਸ਼ਾਮਲ ਨਹੀਂ ਹੋਏ। ਕਾਫੀ ਵਾਰ ਸੱਦੇ ਵੀ ਆਏ ਕਿ ਆਓ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਓ, ਲੇਕਿਨ ਉਹ ਬੀਜੇਪੀ ਦੇ ਵਿੱਚ ਜਿਹੜੇ ਸ਼ਾਮਲ ਨਹੀਂ ਹੋਏ। ਸੋ ਪਲ ਪਲ ਦੀ ਜਿਹੜੀ ਰਿਪੋਰਟ ਹੈਗੀ ਹੈ ਤੁਹਾਨੂੰ ਅਸੀਂ ਹਮਦਰ TV ਉੱਤੇ ਦਿਖਾ ਰਹੇ ਹਾਂ। ਤੁਸੀਂ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਦੀਆਂ ਕੋਠੀ ਦੀਆਂ ਤਸਵੀਰਾਂ ਤੁਸੀਂ ਬਾਹਰੋਂ ਦੇਖ ਰਹੇ ਹੋ। ਅੰਦਰ ਜਿਹੜੀ ਹੈਗੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਜਾਂਚ ਹੈਗੀ ਹੈ ਉਹ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਜਿਹੜੇ ਹੁਣ ਅੱਜ ਤੇ ਇੱਕ ਕੱਲ ਆਖਰੀ ਦਿਨ ਬਚਿਆ ਹੋਇਆ ਹੈ, ਇਸ ਦੇ ਵਿੱਚ ਇਹ ਮਾਮਲਾ ਜ਼ਰੂਰ ਗੂੰਜਦਾ ਨਜ਼ਰ ਆਊਗਾ। ਸਿਮਰਜੀਤ ਬੈਂਸ ਜਿਹੜੇ ਉਹਨਾਂ ਦੇ ਕਰੀਬੀ ਹੈਗੇ ਨੇ ਉਹਨਾਂ ਨੇ ਆਖੀ ਹੈ ਇਹ ਗੱਲ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਉਹ ਲਗਾਤਾਰ ਬੀਜੇਪੀ ਦੇ ਜਿਹੜੇ ਮਾੜੇ ਕੰਮ ਹੈਗੇ ਨੇ ਉਹਨਾਂ ਉੱਤੇ ਖੁੱਲ੍ਹ ਕੇ ਬੋਲਦੇ ਆ ਰਹੇ ਸਨ, ਉਹਨਾਂ ਦਾ ਪਰਦਾ ਫਾਸ਼ ਕਰਦੇ ਆ ਰਹੇ ਸਨ। ਇੱਕ ਇਹੀ ਵੱਡਾ ਕਾਰਨ ਹੈਗਾ ਕਿ ਅੱਜ ED ਦੇ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਇਸ ਜਾਂਚ ਦੇ ਵਿੱਚੋਂ ਨਿਕਲ ਕੇ ਕੁਝ ਵੀ ਨਹੀਂ ਆਉਣਾ। ਉਹਨਾਂ ਨੇ ਇੱਥੋਂ ਤੱਕ ਵੀ ਕਹੀ ਹੈ ਜੇ ਹੋਇਆ ਤਾਂ ਉਹ ਚੰਡੀਗੜ੍ਹ ਵਿਚਲੀ ਉਹਨਾਂ ਦੀ ਕੋਠੀ ਦੇ ਵਿੱਚ ਵੀ ਗੇੜਾ ਜ਼ਰੂਰ ਲਾਉਣਗੇ। ਸੋ ਪਿਰਮਲ ਸਿੰਘ ਖਾਲਸਾ ਜੀ ਇਸ ਵੇਲੇ ਸਾਡੇ ਨਾਲ ਨੇ। ਸੁਖਪਾਲ ਸਿੰਘ ਖਹਿਰਾ ਦੀ ਕੋਠੀ ਦੇ ਬਾਹਰ ਅਸੀਂ ਖੜੇ ਹੋਏ ਹਾਂ। ਖਾਲਸਾ ਸਾਹਿਬ ਕੀ ਲੱਗਦਾ ਹੈ ਕਿ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਦੇਖੋ, ਸੁਖਪਾਲ ਸਿੰਘ ਖਹਿਰਾ ਕੋਈ ਪਹਿਲੇ ਇਨਸਾਨ ਨਹੀਂ ਹੈਗੇ। ਜਦੋਂ ਦਾ ਕਿਸਾਨੀ ਸੰਘਰਸ਼ ਚੱਲਿਆ ਔਰ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਸਾਡੇ ਕਿਸਾਨ ਨੌਜਵਾਨ ਸਾਰੇ ਅਸੀਂ ਬੈਠੇ ਹੈਗੇ ਆ, ਉਦੋਂ ਤੋਂ ਹੀ ਜੋ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਜਾਂ ਕੇਂਦਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾਗਾ, ਉਹਦੇ ਖਿਲਾਫ ਇਸ ਤਰ੍ਹਾਂ ਦੇ ਐਕਸ਼ਨ ਹੋਏ ਨੇ। ਚਾਹੇ ਉਹ ਤਾਪਸੀ ਪੰਨੂ ਹੋਵੇ ਜਾਂ ਪੰਜਾਬੀ ਸਿੰਗਰ ਹੋਣ ਜਾਂ ਹੋਰ ਬਹੁਤ ਸਾਰੇ ਸਮਾਜ ਸੇਵੀ ਹੈਗੇ, ਉਹਨਾਂ ਦੀ ਗੱਲ ਹੋਵੇ, ਉਹਨਾਂ ਨੂੰ ਵੀ ਨੋਟਸ ਜਿਹੜੇ ਹੈਗੇ ਉਹ ਕੱਢੇ ਗਏ ਨੇ। ਉਹਨਾਂ ਦੀਆਂ ਵੀ ਜਿਹੜੀ ਇਨਵੈਸਟੀਗੇਸ਼ਨਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ, ਉਹਦਾ ਕਾਰਨ ਇਹੀ ਆ ਕਿ ਵੀ ਉਹ ਇਸ ਸੰਘਰਸ਼ ਦੇ ਹੱਕ ਦੇ ਵਿੱਚ ਕੋਈ ਵੀ ਬੁਲੰਦ ਹੋਈ ਆਵਾਜ਼ ਨੂੰ ਉਹ ਦਬਾਉਣਾ ਚਾਹੁੰਦੇ ਨੇ। ਤੁਸੀਂ ਦੇਖੋ, ਗ੍ਰੇਟਾ ਥਨਬਰਗ ਵਰਗੇ ਜਿਹੜੇ ਵਾਤਾਵਰਣ ਪ੍ਰੇਮੀ ਹੈਗੇ ਉਹ ਛੋਟੀ ਜੀ ਲੜਕੀ ਹੈਗੀ ਆ, ਤੇ ਵੱਡੇ ਵੱਡੇ ਲੀਡਰ ਨੇ ਜਿਹੜੇ ਅਮਰੀਕਾ ਦੇ, ਕੈਨੇਡਾ ਦੇ, ਹੋਰ ਬਹੁਤ ਸਾਰੇ ਲੀਡਰ, ਸਾਰੇ ਉਹਨੂੰ ਸਨਮਾਨਜਨਕ ਜਿਹੜਾ ਸਥਾਨ ਦਿੰਦੇ ਨੇ, ਸਾਰੇ ਉਹਦੀਆਂ ਸਲਾਹਾਂ ਲੈਂਦੇ ਨੇ। ਪਰ ਇੱਥੇ ਜਿਹੜਾ ਹੈਗਾ ਉਹਨਾਂ ਦੇ ਉੱਤੇ ਪਰਚਾ ਕੀਤਾ ਜਾਂਦਾ ਗਾ। ਠੀਕ ਹੈ ਨਾ, ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਹਿੰਦੇ ਆ, ਪਰ ਕਿੱਥੇ ਰਹਿ ਗਿਆ ਲੋਕਤੰਤਰ? ਇੱਥੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ, ਕਤਲ ਕੀਤਾ ਜਾ ਰਿਹਾ। ਅੱਜ ਜੋ ਵੀ ਲੋਕਾਂ ਦੇ ਹੱਕ ਦੀ ਗੱਲ ਕਰਦਾ, ਲੋਕਾਂ ਦੀ ਆਵਾਜ਼ ਦਬਾਉਣਾ,
ਦਬਾਉਣ ਦੇ ਖਿਲਾਫ ਬੋਲਦਾ ਹੈਗਾ ਤੇ ਉਹਦੇ ਖਿਲਾਫ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ। ਇਹ ਵੀ ਉਸੇ ਦੀ ਸਾਜ਼ਿਸ਼ ਦਾ ਜਿਹੜਾ ਹੈਗਾ ਇੱਕ ਹੈਗਾ ਪੜਾਅ ਹੈਗਾ। ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਵੀ ਲੀਡਰ ਉੱਥੇ ਬੋਲੇ ਨੇਗੇ, ਜੋ ਹੱਕ 'ਚ ਬੋਲੇ ਨੇ, ਕਿਸਾਨਾਂ ਦੇ ਕੇਂਦਰ ਦੇ ਵਿਰੋਧ 'ਚ ਬੋਲੇ ਨੇਗੇ, ਤਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਸੁਭਾਵਿਕ ਨੇ। ਪਰ ਇਹ ਜਿਹੜਾ ਬਹੁਤ ਨਿੰਦਣਯੋਗ ਆ, ਇਹਦੇ ਖਿਲਾਫ ਅੱਜ ਅਸੀਂ ਵਿਧਾਨ ਸਭਾ ਦੇ ਵਿੱਚ ਅਸੀਂ ਜਿਹੜਾ ਇਹ ਮਸਲਾ ਚੱਕਿਆ, ਜਿਹਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਚੰਨੀ, ਹੋਰ ਸਾਰਿਆਂ ਨੇ ਮੈਂਬਰ ਸਾਹਿਬਾਨਾਂ ਨੇ ਇਹਦੇ ਤੇ ਇੱਕਮਤ ਹੋ ਕੇ ਇਹਦੀ ਨਿੰਦਾ ਕੀਤੀ ਆ ਔਰ ਸਰਕਾਰ ਨੂੰ, ਸਪੀਕਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਇਹਦੇ ਖਿਲਾਫ ਇੱਕ ਰੈਜ਼ੋਲੂਸ਼ਨ ਲੈ ਕੇ ਆਉਣਾ ਚਾਹੀਦਾ, ਤਾਂ ਕਿ ਜਿਹੜੀ ਕੇਂਦਰ ਦੀਆਂ ਕਿਸੇ ਵੀ ਤਰ੍ਹਾਂ ਦੀ ਏਜੰਸੀ ਆ ਗਈ, ਉਹ ਬਿਨਾਂ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਕਿਸੇ ਵੀ ਮੈਂਬਰ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ, ਚਾਹੇ ਉਹ ਆਮ ਇਨਸਾਨ ਕਿਉਂ ਨਾ, ਕਿਸਾਨ ਆ, ਮਜ਼ਦੂਰ ਆ ਜਾਂ ਮੁਲਾਜ਼ਮ ਆ, ਉਹਨੂੰ ਬਿਨਾਂ ਵਜ੍ਹਾ ਜਿਹੜਾ ਹੈਗਾ ਉਹ ਪਰੇਸ਼ਾਨ ਨਾ ਕਰ ਸਕੇ। ਕੀ ਤੁਹਾਨੂੰ ਲੱਗਦਾ ਕਿ ਅੱਜ ਜਿਹੜੀ ਕੇਂਦਰ ਦੀਆਂ ਏਜੰਸੀਆਂ ਨੇ ਉਹਨਾਂ ਦਾ ਮਿਸਯੂਜ਼ ਹੋ ਰਿਹਾ? ਫਿਰ ਬਿਲਕੁਲ ਮਿਸਯੂਜ਼ ਹੋ ਰਿਹਾ ਹੈਗਾ। ਇਹ ਤੋਂ ਵੱਡੀ ਹੋਰ ਐਗਜ਼ਾਮਪਲ ਕੀ ਹੋਊਗੀ? ਤੁਸੀਂ ਦੇਖੋ, ਸਾਡੇ ਜਿਹੜੇ ਉੱਥੇ ਨੌਜਵਾਨ ਨੇਗੇ, ਉਹਨਾਂ ਦੇ ਉੱਤੇ ਦੇਸ਼ ਧਰੋਹੀ ਦੇ ਪਰਚੇ ਪਾਏ ਹੋਏ ਨੇ। ਦੱਸੋ ਕਿਹੜਾ ਦੇਸ਼ ਧਰੋਹ ਕੀਤਾਗਾ? ਆਪਣੀ ਗੱਲ ਰੱਖਣਾ, ਆਪਣੀ ਗੱਲ ਰੱਖਣਾ, ਆਪਣੀ ਕਿਸਾਨੀ ਦਾ, ਆਪਣੇ ਜਿਹੜਾ ਮਜ਼ਦੂਰਾਂ ਦਾ ਝੰਡਾ ਚੱਕਣਾ, ਆਪਣੇ ਜਿਹੜਾ ਹੈਗਾ ਨਿਸ਼ਾਨ ਸਾਹਿਬ, ਆਪਣੇ ਧਰਮ ਦਾ ਚਿੰਨ੍ਹ ਚੱਕਣਾ, ਇਹ ਕੋਈ ਦੇਸ਼ ਧਰੋਹੀ ਹੋ ਗਿਆ ਤੇ ਉਹਨਾਂ ਦੇ ਝੂਠੇ ਪਰਚੇ ਪਾਏ ਜਾ ਰਹੇ ਨੇਗੇ ਇਸ ਤਰ੍ਹਾਂ ਕਰਕੇ। ਤੇ ਪਰ ਡਰੱਗ ਮਾਮਲੇ ਦੇ ਵਿੱਚ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਦਾ ਨਾਮ ਵੱਜਿਆ, ਉਹਨਾਂ ਨੂੰ ਜ਼ਮਾਨਤ ਵੀ ਲੈਣੀ ਪਈ ਸੀਗੀ ਤੇ ਅੱਜ ਵੀ ਖਾਸ ਤੌਰ ਤੇ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਵੀ। ਕਿਸਾਨੀ ਅੰਦੋਲਨ ਕਰਕੇ ਵਿਦੇਸ਼ੀ ਫੰਡਿੰਗ ਕੇਂਦਰ ਸਰਕਾਰ ਲਈ ਸਿਰਦਰਦੀ ਬਣੀ ਹੋਈ ਹੈ। ਕੀ ਵਾਕਈ ਕੋਈ ਲੱਗਦਾ ਹੱਥ ਹੋਏਗਾ ਉਹਨਾਂ ਦਾ? ਨਹੀਂ, ਦੇਖੋ, ਜਿਹੜਾ ਡਰੱਗ ਦਾ ਤੁਸੀਂ ਗੱਲ ਕੀਤੀ ਹੈਗੀ, ਉਹ ਵੀ ਇੱਕ ਸਾਜ਼ਿਸ਼ ਦਾ ਨਤੀਜਾ ਸੀਗਾ, ਕਿਉਂਕਿ ਉਸ ਸਮੇਂ ਦੇ ਜਿਹੜੇ ਮੌਜੂਦਾ ਜਿਹੜੇ ਮਿਨਿਸਟਰ ਸੀਗੇ, ਉਹਨਾਂ ਨੂੰ ਇੱਕ ਮਾਮਲੇ ਦੇ ਵਿੱਚ ਅਸਤੀਫਾ ਦੇਣਾ ਪਿਆ ਉਸ ਸਮੇਂ, ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਬਹੁਤ ਕਲੋਜ਼ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਚੀਜ਼ ਜਿਹੜੀ ਉਹ ਚੰਗੀ ਨਹੀਂ ਲੱਗੀ, ਤਾਂ ਉਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਸਾਰੀ ਉਹ ਕਾਰਵਾਈ ਕੀਤੀ ਗਈ ਸੀਗੀ। ਉਹਦੇ 'ਚ ਤਾਂ ਬਹੁਤ ਪਹਿਲਾਂ ਉਹ ਜਿਹੜਾ ਨਿਬੇੜਾ ਹੋ ਗਿਆ ਸੀ, ਉਹਨੂੰ ਦੁਬਾਰੇ ਰੀਓਪਨ ਕੀਤਾ ਗਿਆ ਜਾਣਬੁੱਝ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਲਈ। ਉਹਨਾਂ ਨੂੰ ਉਹੀ ਜਿਹੜਾ ਹੈਗਾ ਗੱਲ ਆ ਜਿਹੜੀ ਉਹ ਇੱਥੇ ਦੁਹਰਾਈ ਜਾ ਰਹੀ ਹੈਗੀ। ਕਮਾਲੂ ਸਾਹਿਬ ਕਹਿੰਦੇ ਕਿ ਖਹਿਰਾ ਸਾਹਿਬ ਨੂੰ ਬੀਜੇਪੀ ਵਾਲਿਆਂ ਨੇ ਕਿਹਾ ਕਿ ਸਾਡੇ ਵਿੱਚ ਸ਼ਾਮਲ ਹੋ ਜਾਓ, ਕਈ ਵਾਰੀ ਅਜੇ ਸੱਦੇ ਆਏ ਪਰ ਉਹਨਾਂ ਨੇ ਸਾਫ਼ ਨਾ ਕਰ ਦਿੱਤੀ। ਕਿ ਉਸ ਚੀਜ਼ ਦਾ ਵੀ ਖਮਿਆਜ਼ਾ ਹੋ ਸਕਦਾ ਹੈ? ਬਿਲਕੁਲ ਬਹੁਤ ਵਾਰੀ ਸੱਦਾ ਆਇਆ ਹੈਗਾ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ, ਔਰ ਜਿਹੜਾ ਹੈਗਾ ਇਹਦਾ ਵੱਡਾ ਕਾਰਨ ਮੈਂ ਮੰਨਦਾ ਹੈਗਾ ਕਿਉਂਕਿ ਉਹਨਾਂ ਨੇ UAP ਹੈ ਜਿਹੜਾ ਇੱਕ ਬੀਜੇਪੀ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਡਰ ਦਾ, ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਸੀ। ਛੋਟੇ ਬੱਚਿਆਂ ਦੇ ਝੂਠੇ ਪਰਚੇ ਪਾਏ ਜਾ ਰਹੇ ਸੀ। ਉਸ ਸਮੇਂ ਵੀ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਮਿਲ ਕੇ ਅਸੀਂ ਉਹ ਪਿੰਡਾਂ ਤੱਕ ਪਹੁੰਚ ਕੀਤੀ, ਉਹ ਨੌਜਵਾਨਾਂ ਤੱਕ ਪਹੁੰਚ ਕੀਤੀ ਔਰ ਸੱਚਾਈ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਲਿਆਂਦੀ ਔਰ ਉਹਦੇ ਇਵਜ਼ ਦੇ ਵਿੱਚ ਜਿਹੜਾ ਹੈਗਾ ਉਹ ਪਰਚੇ ਜਿਹੜੇ ਇਹਨਾਂ ਨੂੰ ਵਾਪਸ ਲੈਣੇ ਪਏ, ਉਹਨਾਂ ਨੂੰ ਰਿਹਾ ਕਰਨਾ ਪਿਆ। ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜੇ ਗ੍ਰਿਫਤਾਰ ਕਰੇ ਸੀ ਝੂਠੇ ਪਰਚੇ ਪਾ ਕੇ। ਸੋ ਹੁਣ ਵੀ ਲਗਾਤਾਰ ਜਿਹੜਾ ਹੈਗਾ ਪਰਮਿੰਦਰ ਢੀਂਡਸਾ ਸੁਖਪਾਲ ਸਿੰਘ ਖਹਿਰਾ ਜਿਹੜਾ ਹੈਗਾ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਸੀਗੇ। ਜਿਹੜਾ ਨਵਰੀਤ ਮੁੰਡਾ ਜਿਹੜਾ ਪੁਲਿਸ ਦੀ ਗੋਲੀ ਨਾਲ ਜਿਹੜਾ ਮਾਰਿਆ ਗਿਆ, ਉਹਦਾ ਮਸਲਾ ਚੱਕਿਆ, ਉਹਦਾ ਮੁੱਦਾ ਚੱਕਿਆ ਔਰ ਲਗਾਤਾਰ ਜਿਹੜਾ ਹੈਗਾ ਉਹ ਕਿਸਾਨੀ ਸੰਘਰਸ਼ ਦੀ ਔਰ ਨੌਜਵਾਨਾਂ ਤੇ ਪਾਏ ਝੂਠੇ ਪਰਚਿਆਂ ਦੀ ਜਿਹੜੀ ਉਹ ਗੱਲ ਕਰ ਰਹੇ ਨੇਗੇ। ਸੋ ਇਹ ਚੀਜ਼ ਉਹਨਾਂ ਨੂੰ ਹਜਮ ਨਹੀਂ ਆ ਰਹੀ ਹੈਗੀ ਬੀਜੇਪੀ ਦੀ ਸਰਕਾਰ ਨੂੰ ਔਰ ਉਹਦਾ ਨਤੀਜਾ ਹੈ ਇਹ ਐਕਸ਼ਨ ਆ ਜਿਹੜਾ ਅੱਜ ਦੀ ਕਾਰਵਾਈ ਹੈ ਉਸ ਦਾ ਨਤੀਜਾ। ਤੁਹਾਨੂੰ ਕੀ ਲੱਗਦਾ ਕਿ ਅੱਜ ਜੇ ਕੋਈ ਸਖਤ ਕਾਰਵਾਈ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਤੇ ਜਿਹੜੇ ਉਹਨਾਂ ਦੇ ਸਮਰਥਕ ਨੇ, ਉਹ ਫਿਰ ਅਗਲਾ ਕਦਮ ਤੁਸੀਂ ਕੀ ਚੁੱਕੋਗੇ? ਦੇਖੋ, ਫਿਰ ਬੈਠ ਕੇ ਅਸੀਂ ਸਾਰੇ ਰਾਏ ਮਸ਼ਵਰੇ ਦੇ ਨਾਲ ਅਗਲਾ ਐਕਸ਼ਨ ਲਵਾਂਗੇ, ਪਰ ਸਾਨੂੰ ਕਾਰਵਾਈ ਦਾ ਜਿਹੜਾ ਹੈਗੀ ਆ ਉਮੀਦ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਹੁਣ ਜਿਹੜੇ ਸਾਡੇ ਨੌਜਵਾਨ ਉੱਥੇ ਦਿੱਲੀ ਗਏ ਸੀਗੇ ਆਪਣੇ ਹੱਕ ਦੇ ਲਈ, ਜਿਹੜੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਉਹਨਾਂ ਤੇ ਦੇਸ਼ ਧਰੋਹੀ ਦੇ ਪਰਚੇ ਪਾਏ ਗਏ ਨੇ। ਤੁਸੀਂ ਦੱਸੋ ਉਹਨਾਂ ਨੇ ਕਿਹੜਾ ਦੇਸ਼ ਧਰੋਹ ਕਰਿਆਗਾ? ਨਾ ਉਹਨਾਂ ਨੇ ਜਿਹੜਾ ਆਪਣਾ ਰਾਸ਼ਟਰੀ ਝੰਡੇ ਦਾ ਅਪਮਾਨ ਕਰਿਆ, ਨਾ ਉਹਨਾਂ ਦੇ ਹੱਥ 'ਚ ਕਿਸਾਨੀ ਝੰਡੇ ਸੀਗੇ, ਹੋਰ ਸਾਰੇ ਸੀਗੇ ਔਰ ਲਗਾਤਾਰ ਸ਼ਾਂਤਮਈ ਤਰੀਕੇ ਦੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਉੱਥੇ ਬੈਠੇ ਨੇ, ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਪਰਚੇ ਨੇਗੇ। ਤੇ ਦੱਸੋ ਉਹਨਾਂ ਨੇ ਕਿਹੜਾ ਗੁਨਾਹ ਕਰਿਆਗਾ? ਸੋ ਉੱਥੇ ਬਿਨਾਂ ਗੁਨਾਹ ਤੋਂ ਪਰਚੇ ਹੋ ਰਹੇ ਨੇ, ਜਿਹੜੇ ਗੁਨਾਹਗਾਰ ਨੇ ਉਹ ਸ਼ਰੇਆਮ ਘੁੰਮ ਰਹੇ ਨੇਗੇ। ਸੋ ਕਾਰਵਾਈ ਹੋਣ ਤੇ ਸਾਨੂੰ ਕੋਈ ਹੈਰਾਨੀ ਨਹੀਂ ਹੋਊਗੀ ਜੇ ਕੋਈ ਕਾਰਵਾਈ ਕਰ ਵੀ ਦਿੰਦੇ ਨੇਗੇ। ਪਰਮਿੰਦਰ ਸਿੰਘ ਖਾਲਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਲੱਗਦਾ ਹੈ ਕਿ ਅੱਜ ਕੋਈ ਕਾਰਵਾਈ ਹੋ ਸਕਦੀ ਹੈ ਪਰ ਅਸੀਂ ਹੈਰਾਨ ਨਹੀਂ ਹੋਵਾਂਗੇ ਕਿਉਂਕਿ ਜਿਹੜੇ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਉਹਨਾਂ ਦੇ ਉੱਤੇ ਪਰਚੇ ਪਾਏ ਜਾ ਰਹੇ ਨੇ। ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖ ਰਹੇ ਹੋ, ਪੁਲਿਸ ਮੁਲਾਜ਼ਮ ਵੀ ਬਾਹਰ ਗੇਟ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ, ਇਸ ਟਾਈਮ ਖੜੇ ਹੋ ਗਏ ਨੇ ਤੇ ਸੁਖਪਾਲ ਸਿੰਘ ਖਹਿਰਾ ਵੀ ਅੰਦਰ ਹੈਗੇ ਨੇ। ਈਡੀ ਅੰਦਰ ਜਾਂਚ ਕਰ ਰਹੀ ਹੈ। ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ, ਜਾਂਚ ਦੇ ਵਿੱਚ ਸ਼ਾਮਲ ਹੈਗੇ ਨੇ ਤੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਸਹਿਯੋਗੀ ਨੇ, ਜਿਵੇਂ ਪਰਮਿੰਦਰ ਸਿੰਘ ਖਾਲਸਾ ਹੋਰਾਂ ਦਾ ਕਹਿਣਾ ਹੈਗਾ, ਜਗਦੇਵ ਸਿੰਘ ਕਮਾਲੂ ਹੋਰਾਂ ਦਾ ਕਹਿਣਾ ਹੈ ਕਿ ਉਹ ਕਿਸਾਨੀ ਅੰਦੋਲਨ ਦੀ ਲਗਾਤਾਰ ਹਮਾਇਤ ਕਰ ਰਹੇ ਸਨ ਤੇ ਜਿਹੜੇ ਨੌਜਵਾਨਾਂ ਦੇ ਉੱਤੇ UAPA ਤਹਿਤ ਪਰਚੇ ਪਾਏ ਜਾ ਰਹੇ ਸਨ ਉਹਨਾਂ ਦੀ ਰਿਹਾਈ ਲਈ ਵੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਉਹਨਾਂ ਦੀ ਪਰਿਵਾਰਾਂ ਦੀ ਮਦਦ ਵੀ ਕਰ ਰਹੇ ਸਨ। ਇਸ ਕਰਕੇ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਹੈਗੀਆਂ ਨੇ ਉਹ ਅੱਜ ਉਹਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ, ਖਾਸ ਤੌਰ ਤੇ BJP ਦੇ ਕਹਿਣ ਦੇ ਉੱਤੇ। ਨਾਲ ਹੀ ਇਹਨਾਂ ਨੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਾਰ-ਵਾਰ BJP ਤੋਂ ਜਿਹੜੇ ਸੱਦੇ ਆ ਰਹੇ ਸਨ
ਸੱਦੇ ਆ ਰਹੇ ਸਨ ਕਿ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਓ। ਸੁਖਪਾਲ ਸਿੰਘ ਖਹਿਰਾ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਫੋਕਸ ਕੀਤਾ ਜਾ ਰਿਹਾ। ਇਹ ਵੀ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਭਾਲਦੀ ਹੈ ਕਿ ਸਿੱਖ ਚਿਹਰਾ ਪੰਜਾਬ ਦੇ ਵਿੱਚ ਕੋਈ ਮਿਲ ਜਾਵੇ। ਨਵਜੋਤ ਸਿੰਘ ਸਿੱਧੂ ਦਾ ਹਾਲੇ ਉਧਰ ਮਨ ਨਹੀਂ ਬਣਿਆ ਹੈਗਾ ਤੇ ਸੁਖਪਾਲ ਸਿੰਘ ਖਹਿਰਾ ਇੱਕ ਚੰਗੇ ਬੁਲਾਰੇ ਹੈਗੇ ਨੇ, ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧੀ ਧਿਰ ਦੇ ਉਹ ਨੇਤਾ ਵੀ ਰਹੇ ਹੈਗੇ ਨੇ ਤੇ ਇਸ ਕਰਕੇ ਬੀਜੇਪੀ ਦੀ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਅੱਖ ਸੀਗੀ। ਪਰ ਜੇ ਇਸ ਗੱਲ ਨੂੰ ਵੀ ਆਪਾਂ ਲਈਏ, ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ, ਇਸ ਤੋਂ ਪਹਿਲਾਂ ਵੀ ਜਿਹੜੇ ਵੀ ਭਾਵੇਂ ਕਿਸਾਨ ਆਗੂ ਨੇ ਜਾਂ ਜਿਹੜੇ ਹੋਰ ਲੋਕ ਸੀ, ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਨੇ, ਸੰਗਠਨ ਹੈਗੇ ਨੇ, ਜਿਨ੍ਹਾਂ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀਗੀ, ਉਹਨਾਂ ਨੂੰ ਵੀ ਕੇਂਦਰ ਦੀਆਂ ਜਿਹੜੀ ਏਜੰਸੀਆਂ ਦੇ ਨੋਟਿਸ ਆਏ ਹੈਗੇ ਨੇ ਤੇ ਇੱਕ ਇਹ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ੀ ਫੰਡਿੰਗ ਦੇ ਨਾਲ ਜੋੜ ਕੇ ਇਸ ਜਾਂਚ ਨੂੰ ਦੇਖਿਆ ਜਾ ਰਿਹਾ ਹੈ ਤੇ ਹਾਲੇ ਜਿਹੜੀ ਜਾਂਚ ਹੈਗੀ ਹੈ ਉਹ ਚੱਲ ਰਹੀ ਹੈਗੀ ਹੈ। ਸੁਖਪਾਲ ਸਿੰਘ ਖਹਿਰਾ ਜਾਂਚ ਦੇ ਵਿੱਚ ਜਿਹੜੇ ਸ਼ਾਮਲ ਹੋ ਰਹੇ ਨੇ। ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਸੁਖਪਾਲ ਸਿੰਘ ਖਹਿਰਾ ਨਜ਼ਰ ਆ ਰਹੇ ਨੇ, ਗੱਲਬਾਤ ਕਰ ਰਹੇ ਨੇ। ਚਿੱਟਾ ਕੁੜਤਾ ਪਜਾਮਾ ਉਹਨਾਂ ਨੇ ਪਾਇਆ ਹੋਇਆ ਤੇ ਕੇਸਰੀ ਰੰਗ ਦੀ ਜਿਹੜੀ ਦਸਤਾਰ ਜਿਹੜੀ ਹੈਗੀ ਹੈ ਉਹ ਵੀ ਸਜਾਈ ਹੋਈ ਹੈ। ਸੋ ਸੁਖਪਾਲ ਸਿੰਘ ਖਹਿਰਾ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ। ਈਡੀ ਨੂੰ ਪੂਰੇ ਉਹ ਸਹਿਯੋਗ ਦੇ ਰਹੇ ਨੇ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ। ਹੱਥ ਹਿਲਾ ਰਹੇ ਨੇ ਸੁਖਪਾਲ ਸਿੰਘ ਖਹਿਰਾ, ਆਪਣੇ ਹੱਥ ਹਿਲਾ ਰਹੇ ਨੇ ਤੇ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਅੰਦਰ ਸਾਹਮਣੇ ਤਸਵੀਰਾਂ ਚੰਡੀਗੜ੍ਹ ਦੀਆਂ ਕੋਠੀ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਜਾਂਚ ਹੈਗੀ ਹੈ ਉਹ ਲਗਾਤਾਰ ਚੱਲ ਰਹੀ ਹੈਗੀ ਹੈ। ਸੁਖਪਾਲ ਸਿੰਘ ਖਹਿਰਾ ਜਾਂਚ ਦੇ ਵਿੱਚ ਸ਼ਾਮਲ ਹੋ ਰਹੇ ਨੇ, ਸਹਿਯੋਗ ਦੇ ਰਹੇ ਨੇ। ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੁਖਪਾਲ ਸਿੰਘ ਖਹਿਰਾ ਦੀਆਂ। ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ ਹੋਰਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਅੱਜ ਇਹ ਮਸਲਾ ਵਿਧਾਨ ਸਭਾ ਦੇ ਅੰਦਰ ਵੀ ਚੁੱਕਿਆ ਗਿਆ, ਖਾਸ ਤੌਰ ਤੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਵੀ ਇਹ ਮਸਲਾ ਜਿਹੜਾ ਅੰਦਰ ਚੁੱਕਿਆ ਹੈਗਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕੇਂਦਰ ਦੀਆਂ ਏਜੰਸੀਆਂ ਨੇ ਉਹ ਸਿੱਧੇ ਤੌਰ ਤੇ ਆ ਕੇ ਜਿਹੜੀਆਂ ਵਿਧਾਇਕਾਂ ਤੇ ਹੋਰ ਬੰਦਿਆਂ ਤੇ ਛਾਪੇ ਮਾਰਦੀਆਂ ਨੇ, ਇਸ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਕੋਈ ਕਾਨੂੰਨ ਬਣਾਉਣਾ ਚਾਹੀਦਾ ਸਾਨੂੰ ਸਖਤ ਕਿ ਕੋਈ ਵੀ ਕਾਰਵਾਈ ਕਰਨ ਲਈ, ਛਾਪਾ ਮਾਰਨ ਲਈ ਪਹਿਲਾਂ ਪੰਜਾਬ ਸਰਕਾਰ, ਪੰਜਾਬ ਪੁਲਿਸ ਉਹਨਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਹੈਗੀ ਹੈ। ਪਰ ਜਿਸ ਤਰੀਕੇ ਨਾਲ ਕੇਂਦਰ ਦੀਆਂ ਏਜੰਸੀਆਂ ਨੇ ਸਿੱਧੇ ਤੌਰ ਤੇ ਛਾਪੇ ਮਾਰੇ ਨੇ, ਇਹ ਦੂਜੇ ਸਟੇਟਾਂ ਦੀ ਵੀ ਗੱਲ ਕਰੀਏ, ਆਪਾਂ ਪੰਜਾਬ ਨੂੰ ਛੱਡ ਦਈਏ, ਜਿੱਥੇ ਵੀ ਜਦੋਂ ਚੋਣਾਂ ਹੁੰਦੀਆਂ ਨੇ, ਚੋਣਾਂ ਦੇ ਨੇੜੇ ਜਿਹੜੀ ਕੇਂਦਰ ਦੀ ਏਜੰਸੀਆਂ ਦੇ ਅਜੇ ਛਾਪੇ ਦੇਖਣ ਨੂੰ ਬਹੁਤ ਜ਼ਿਆਦਾ ਮਿਲਦੇ ਨੇ। ਯੂਪੀ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਉਸ ਵੇਲੇ ਮਾਇਆਵਤੀ ਦੇ ਉੱਤੇ ਵੀ ਕਈ ਏਜੰਸੀਆਂ ਇਹਨਾਂ ਨੇ ਪਿੱਛੇ ਲਾਈ ਰੱਖੀਆਂ ਸੀ। CBI ਦੀ ਵੀ ਗੱਲ ਕਰੀਏ। ਇਸੇ ਕਰਕੇ ਹੁਣ ਜਿੱਥੇ ਵੀ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ BJP ਨੇ ਪੱਛਮੀ ਬੰਗਾਲ ਨੂੰ ਵੀ ਖਾਸ ਤੌਰ ਤੇ ਫੋਕਸ ਕੀਤਾ ਹੋਇਆ ਤੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੈਗੀਆਂ ਨੇ ਉਹ ਅਗਲੇ ਸਾਲ ਹੈਗੀਆਂ ਨੇ। ਪੰਜਾਬ ਦੇ ਵਿੱਚ BJP ਇਸ ਵੇਲੇ ਕਸੂਤੀ ਸਥਿਤੀ ਦੇ ਵਿੱਚ ਫਸੀ ਹੋਈ ਹੈ ਕਿਉਂਕਿ ਪੰਜਾਬ ਦੇ ਜਿਹੜੇ ਆਗੂ ਹੈਗੇ ਨੇ BJP ਦੇ, ਉਹ ਖੁੱਲ੍ਹ ਕੇ ਕਿਸਾਨੀ ਜਿਹੜੇ ਕਾਨੂੰਨ ਹੈਗੇ ਨੇ, ਖੇਤੀ ਕਾਨੂੰਨ ਨੇ, ਉਹਨਾਂ ਦਾ ਸਮਰਥਨ ਕਰ ਰਹੇ ਨੇ। ਇਸ ਕਰਕੇ ਕਿਸਾਨਾਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਡੱਕਿਆ ਹੋਇਆ, ਬਾਹਰ ਨਿਕਲਣਾ ਉਹਨਾਂ ਦਾ ਔਖਾ ਹੋਇਆ ਪਿਆ। ਜੇ ਬਾਹਰ ਨਿਕਲਦੇ ਨੇ ਤਾਂ ਥਾਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ ਨੇ। ਅੰਬਾਨੀ ਅਡਾਨੀ ਦੇ ਜਿਹੜੇ ਕਾਰੋਬਾਰ ਹੈਗੇ ਨੇ ਉਹ ਠੱਪ ਹੈਗੇ ਨੇ। BJP ਭਾਲਦੀ ਹੈ ਪੰਜਾਬ ਦੇ ਵਿੱਚ ਕੋਈ ਨਵੇਂ ਚਿਹਰੇ ਉਹਨਾਂ ਨੂੰ ਮਿਲ ਜਾਣ। ਖਾਸ ਤੌਰ ਤੇ ਉਹਨਾਂ ਦੀ ਨਜ਼ਰ ਤਾਂ ਹੈਗੀ ਹੈ, ਉਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਹੋ ਗਏ ਤੇ ਇਹਨਾਂ ਨੇ ਪਿੱਛੇ ਜੀ ਆਪਣੀ ਇੱਕ ਪਾਰਟੀ ਬਣਾਉਣ ਦਾ ਐਲਾਨ ਵੀ ਕੀਤਾ ਸੀਗਾ ਤੇ ਉਸ ਵੇਲੇ ਵੀ ਵਿਦੇਸ਼ੀ ਫੰਡਿੰਗ ਦਾ ਜਿਹੜਾ ਮਸਲਾ ਸੀ ਚਰਚਾ ਦੇ ਵਿੱਚ ਰਿਹਾ। ਸਿਮਰਜੀਤ ਬੈਂਸ ਹੋ ਗਏ, ਇਹਨਾਂ ਦੇ ਉੱਤੇ ਵੀ ਨਜ਼ਰ ਜਿਹੜੀ ਹੈਗੀ ਹੈ BJP ਦੀ ਜ਼ਰੂਰ ਰਹਿੰਦੀ ਹੈਗੀ ਹੈ। ਜਿਹੜੀ BJP ਹੈਗੀ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਜੇ ਬੰਦੇ ਜੇ ਸਾਡੀ ਪਾਰਟੀ ਦੇ ਵਿੱਚ ਆ ਜਾਣ ਤੇ ਇੱਕ ਸਿੱਖ ਚਿਹਰੇ ਜਿਹੜੇ ਹੈਗੇ ਨੇ ਉਹ ਸਾਨੂੰ ਪੰਜਾਬ ਦੇ ਵਿੱਚ ਮਿਲ ਜਾਣਗੇ। ਪਰ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਨੇ ਸਾਫ਼ ਹੀ ਮਨਾ ਕਰਤਾ ਕਿ ਉਹ BJP ਦੇ ਵਿੱਚ ਨਹੀਂ ਜਾਣਗੇ। ਇਸ ਕਰਕੇ ਵੀ ਇੱਕ ਖਮਿਆਜ਼ਾ ਜਿਹੜਾ ਹੈਗਾ ਉਹ ਇਹਨਾਂ ਨੂੰ ਭੁਗਤਣਾ ਪੈ ਰਿਹਾ। ਸੋ ਵਿਧਾਨ ਸਭਾ ਦੇ ਅੰਦਰ ਵੀ ਇਹ ਮਸਲਾ ਜਿਹੜਾ ਅੱਜ ਗੁੰਜਾ ਹੈਗਾ। ਕੱਲ੍ਹ ਬਜਟ ਪੇਸ਼ ਕੀਤਾ ਗਿਆ ਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਤੇ ਅੱਜ ਵਿਰੋਧੀ ਧਿਰਾਂ ਨੇ ਵਿਧਾਨ ਸਭਾ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ। ਪਰ ਉਸੇ ਦਰਮਿਆਨ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਦੀ ਕੋਠੀ ਤੇ ਰੇਡ ਪਈ, 10 ਥਾਵਾਂ ਦੇ ਉੱਤੇ ਹੋਰ ਰੇਡ ਪਈ। ਇਹ ਇੱਕ ਕੇਂਦਰ ਦਾ ਵਿਸ਼ਾ ਬਣ ਗਈ। ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਸਾਰਾ ਜਿਹੜਾ ਮੀਡੀਆ ਦਾ ਫੋਕਸ ਸੀ ਉਹ ਇਸ ਪਾਸੇ ਹੋ ਗਿਆ ਕਿਉਂਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਹੈਗੇ ਨੇ ਉਹ ਆਪਾਂ ਗੱਲ ਕਰੀਏ ਹਮੇਸ਼ਾ ਹੀ ਸੱਤਾਧਾਰੀਆਂ ਦੇ ਵਿਰੁੱਧ ਵੀ ਬੋਲਦੇ ਰਹੇ ਨੇ। ਜਿਹੜੀ ਹੋਰ ਵਿਰੋਧੀ ਧਿਰਾਂ ਨੇ ਉਹ ਵੀ ਬੋਲਦੇ ਰਹੇ ਨੇ। ਪੰਜਾਬ ਦੇ ਮਸਲੇ ਚੁੱਕਦੇ ਆਏ ਨੇ, ਖੁੱਲ੍ਹ ਕੇ ਹਰੇਕ ਮਸਲੇ ਉੱਤੇ ਖੁੱਲ੍ਹ ਕੇ ਬੋਲਦੇ ਆਏ ਨੇ। ਭਾਵੇਂ ਬਰਗਾੜੀ ਦੇ ਵਿੱਚ ਜਦੋਂ ਮਾਰਚ ਕੀਤਾ ਗਿਆ ਸੀਗਾ, ਮੋਰਚਾ ਲਾਇਆ ਗਿਆ ਸੀਗਾ, ਉੱਥੇ ਵੀ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਅਹਿਮ ਭੂਮਿਕਾ ਰਹੀ ਹੈਗੀ ਹੈ। ਹੁਣ ਪੰਜਾਬ ਦੇ ਵਿੱਚ ਦੁਆਰਾ ਚੋਣਾਂ ਹੈਗੀਆਂ ਨੇ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਦੁਆਰਾ ਉਵੇਂ ਦਾ ਕੋਈ ਮੋਰਚਾ ਲਾ ਸਕਦੇ ਨੇ ਤੇ ਇਹ ਚੋਣਾਂ ਨੂੰ ਪ੍ਰਭਾਵਿਤ ਵੀ ਕਰ ਸਕਦੇ ਨੇ। ਪਰ ਹਾਲੇ ਤੱਕ ਸੁਖਪਾਲ ਸਿੰਘ ਖਹਿਰਾ ਦਾ ਵੀ ਕੁਝ ਉਹ ਡਿਸਾਈਡ ਨਹੀਂ ਕਰ ਸਕੇ ਕਿ ਉਹ ਕਿਸ ਪਾਸੇ ਜਾਣਗੇ, ਕਿਸ ਪਾਰਟੀ ਦੇ ਵੱਲੋਂ ਚੋਣ ਲੜਨਗੇ, ਆਪਣੀ ਪਾਰਟੀ ਬਣਾਉਣਗੇ, ਆਪਣੀ ਪਾਰਟੀ ਦੇ ਵੱਲੋਂ ਚੋਣ ਲੜਨਗੇ, ਕੀ ਕੁਝ ਕਰਨਗੇ। ਹਾਲੇ ਉਹਨਾਂ ਦਾ ਜਿਹੜਾ ਸਿਆਸੀ ਆਪਾਂ ਕਹਿ ਸਕਦੇ ਹਾਂ ਭਵਿੱਖ ਹੈਗਾ ਉਹ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਡਿਸੀਜਨ ਲੈਣਗੇ। ਪਰ ਉਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਉਹਨਾਂ ਦੇ ਉੱਤੇ, ਉਹਨਾਂ ਦੀ ਕੋਠੀ ਉੱਤੇ ਰੇਡ ਕਰਨੀ, ਇਹ ਆਪਣੇ ਆਪ ਵਿੱਚ ਇੱਕ ਵੱਡਾ ਮਸਲਾ ਬਣ ਜਾਂਦਾ ਹੈ। ਕਿਸਾਨੀ ਅੰਦੋਲਨ ਦੇ ਕਰਕੇ ਕਿਸਾਨ ਅੰਦੋਲਨ ਦੇ ਜਿਹੜੇ ਵੀ ਲੋਕ ਹਮਾਇਤ ਕਰ ਰਹੇ ਨੇ ਉਹਨਾਂ ਨੂੰ ਕੇਂਦਰ ਦੀ ਜਿਹੜੀ ਏਜੰਸੀਆਂ ਨੇ ਇਸ ਵੇਲੇ ਪੂਰਾ ਫੋਕਸ ਕਰ ਰਹੇ ਨੇ, ਟਾਰਗੇਟ ਕਰ ਰਹੇ ਨੇ ਉਹਨਾਂ ਦੇ ਉੱਤੇ
ਨਿਸ਼ਾਨੇ ਜਿਹੜੇ ਹੈਗੇ ਨੇ ਉਹ ਵਿੰਨੇ ਜਾ ਰਹੇ ਨੇ ਤਾਂ ਜੋ ਕਿਸੇ ਢੰਗ ਨਾਲ ਵਿਦੇਸ਼ੀ ਫੰਡਿੰਗ ਜਿਹੜੀ ਹੈਗੀ ਹੈ ਉਹ ਰੋਕੀ ਜਾ ਸਕੇ, ਕਿਉਂਕਿ ਵਿਦੇਸ਼ੀ ਫੰਡਿੰਗ ਕਰਕੇ ਹੀ ਜਿਹੜਾ ਇਹ ਅੰਦੋਲਨ ਹੈਗਾ ਇੰਨਾ ਲੰਮਾ ਚੱਲਿਆ। ਪਰ ਹੁਣ ਇਹ ਵੀ ਮੰਨਿਆ ਜਾ ਰਿਹਾ ਕਿ ਵਿਦੇਸ਼ਾਂ ਤੋਂ ਜੇ ਫੰਡਿੰਗ ਨਹੀਂ ਵੀ ਹੁੰਦੀ, ਇਹ ਅੰਦੋਲਨ ਤਾਂ ਵੀ ਲੰਮਾ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਨੇ ਕਿਸਾਨ ਜਥੇਬੰਦੀਆਂ, ਕਿਉਂਕਿ ਜਿਹੜੀਆਂ ਇੱਥੇ ਦੇ ਵੱਡੇ ਕਾਰੋਬਾਰੀ ਹੈਗੇ ਨੇ, ਇੱਥੇ ਦੇ ਵੱਡੇ ਸਿਆਸਤਦਾਨ ਹੈਗੇ ਨੇ, ਉਹ ਵੀ ਹੁਣ ਇਸ ਅੰਦੋਲਨ ਨੂੰ ਪੂਰਾ ਖੁੱਲ੍ਹ ਕੇ ਸਪੋਰਟ ਕਰ ਰਹੇ ਨੇ, ਸਮਰਥਨ ਕਰ ਰਹੇ ਨੇ। ਜਿਸ ਤਰੀਕੇ ਨਾਲ ਪ੍ਰਿੰਕਾ ਗਾਂਧੀ ਦੇਖਿਆ ਜਾਵੇ ਕਿ ਪੰਚਾਇਤਾਂ ਦੇ ਵਿੱਚ ਖਾਪ ਪੰਚਾਇਤਾਂ ਕਿਸਾਨ ਪੰਚਾਇਤਾਂ ਹੋ ਰਹੀਆਂ ਨੇ, ਮਹਾਂ ਰੈਲੀਆਂ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਕਰ ਰਹੇ ਨੇ। ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਇਹ ਅੰਦੋਲਨ ਜੇ ਵਿਦੇਸ਼ੀ ਫੰਡਿੰਗ ਨਹੀਂ ਵੀ ਹੁੰਦੀ ਤਾਂ ਵੀ ਇਹ ਅੰਦੋਲਨ ਲੰਮਾ ਚੱਲ ਸਕਦਾ ਹੈ। ਪਰ ਫਿਰ ਵੀ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਲਗਾਤਾਰ ਜਿਹੜੀ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ। ਸੋ ਤੁਸੀਂ ਸਾਡੇ ਨਾਲ ਜੁੜੇ ਰਹੋ। ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹਰ ਖਬਰ ਤੁਹਾਨੂੰ ਹਮਦਰ ਟੀਵੀ ਤੇ ਸਮੇਂ-ਸਮੇਂ ਉਸ ਸਿਰ ਪਹੁੰਚਾਈ ਜਾਏਗੀ। ਥੋੜੀ ਦੇਰ ਤੱਕ ਸੁਖਪਾਲ ਸਿੰਘ ਖਹਿਰਾ ਹੋ ਸਕਦਾ ਕਿ ਬਾਹਰ ਆਉਣ, ਸੰਬੋਧਨ ਕਰਨ ਦੁਆਰਾ ਮੀਡੀਆ ਨੂੰ ਕਿ ਹੁਣ ਤੱਕ ਦੀ ਕਾਰਵਾਈ ਦੇ ਵਿੱਚੋਂ ਕੀ ਕੁਝ ਨਿਕਲਿਆ। ਸੋ ਪਲ-ਪਲ ਦੀ ਜਿਹੜੀ ਖਬਰ ਹੈਗੀ ਹੈ ਤੁਹਾਨੂੰ ਅਸੀਂ ਹਮਦਰ ਟੀਵੀ ਦੇ ਉੱਤੇ ਦੇ ਰਹੇ ਹਾਂ। ਸੋ ਚੰਡੀਗੜ੍ਹ ਦੀ ਕੋਠੀ ਸੁਖਪਾਲ ਸਿੰਘ ਖਹਿਰਾ ਦੀ ਬਾਹਰ ਖੜੇ ਹੋਏ ਹਾਂ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਅੰਦਰ ਜਾਂਚ ਕਰ ਰਹੀ ਹੈ। ਸੁਖਪਾਲ ਸਿੰਘ ਖਹਿਰਾ ਥੋੜੀ ਦੇਰ ਪਹਿਲਾਂ ਬਾਹਰ ਆਏ, ਉਹਨਾਂ ਨੇ ਆਪਣਾ ਹੱਥ ਵੀ ਲਾਇਆ ਸੀਗਾ, ਪਰ ਜਿਹੜੇ ਉਹਨਾਂ ਦੇ ਸਮਰਥਕ ਵਿਧਾਇਕ ਨੇ ਜਗਦੇਵ ਕਮਾਲੂ, ਪ੍ਰਿਮਲ ਖਾਲਸਾ, ਉਹਨਾਂ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਨੂੰ ਵਾਰ-ਵਾਰ ਕਿਹਾ ਗਿਆ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਓ, ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਇਸ ਕਰਕੇ ਉਹਨਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਭੁੱਲਰ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਇੱਕ ਅਜਿਹਾ ਨਾਂ ਜੋ ਪੰਜਾਬ ਦਾ ਇੱਕ ਚੰਗਾ ਬੁਲਾਰਾ ਹੈ, ਪੰਜਾਬ ਦੇ ਮੁੱਦਿਆਂ ਦੇ ਉੱਤੇ ਸਮਝ ਰੱਖਦੇ ਨੇ, ਤੇ ਉਹਨਾਂ ਦੇ ਜਿਹੜੇ ਸਮਰਥਕ ਵਿਧਾਇਕ ਨੇ ਕਹਿ ਰਹੇ ਨੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਓ, ਇਹ ਸੁਖਪਾਲ ਖਹਿਰਾ ਹੋਏ ਨਹੀਂ, ਇਸ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਇਹ ਵੱਡਾ ਮੁੱਦਾ ਲੱਗਦਾ ਹੈ, ਕੋਈ ਹੋਰ ਕਾਰਨ ਲੱਗਦਾ ਹੈ? ਬਿਲਕੁਲ ਅਮਨ, ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਹੋਏ 10 ਸਾਲ ਉਹ ਲਾਓ ਤੇ 5 ਇਹ ਲਾਓ, ਲੋਕ ਹਿੱਤਾਂ ਦੀ ਗੱਲ ਕੀਤੀ ਆ, ਸਰਕਾਰਾਂ ਦੇ ਖਿਲਾਫ ਖੁੱਲ੍ਹ ਕੇ ਬੋਲੇ ਨੇ, ਡਟ ਕੇ ਬੋਲੇ ਨੇ, ਔਰ ਬਹੁਤ ਸਾਰੇ ਘੱਟ ਵਿਧਾਇਕ ਨੇ ਜਿਨ੍ਹਾਂ 'ਚ ਜੋ ਸਰਕਾਰ ਦੇ ਖਿਲਾਫ ਬੋਲਦੇ ਨੇ ਜਾਂ ਸਰਕਾਰੀ ਤੰਤਰ ਦੇ ਖਿਲਾਫ ਬੋਲਦੇ ਨੇ। ਇੱਕ ਤਾਂ ਇਹ ਪੱਖ ਆ। ਦੂਜਾ ਪੱਖ, ਜਿੱਥੋਂ ਤੱਕ ਜਿਹੜੇ ਉਹਨਾਂ ਦੇ ਸਾਥੀ ਵਿਧਾਇਕ, ਕਿਉਂਕਿ ਚਾਹੇ ਪਿਰਮਲ ਸਿੰਘ ਹੋਣ, ਚਾਹੇ ਜਗਦੇਵ ਸਿੰਘ ਕਮਾਲੂ ਹੋਣ, ਚਾਹੇ ਕਮਰ ਸੰਧੂ ਹੋਣ, ਚਾਹੇ ਸੁਖਪਾਲ ਸਿੰਘ ਖਹਿਰਾ ਹੋਣ, ਇਹ ਸਾਰੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਨੇ। ਹੁਣ ਜਗਦੇਵ ਸਿੰਘ ਕਮਾਲੂ ਔਰ ਪਿਰਮਲ ਸਿੰਘ ਦੀ ਬਹੁਤ ਵੱਡੀ ਸਟੇਟਮੈਂਟ ਜਿਹੜੀ ਅੱਜ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਘਰ ਬਾਹਰ ਆ ਕੇ ਦਿੱਤੀ ਹੈਗੀ ਨਾ, ਇੱਕ ਸਿਆਸੀ ਸਟੇਟਮੈਂਟ ਹੋ ਸਕਦੀ, ਇਹਦੀ ਪੁਸ਼ਟੀ ਤਾਂ ਸੁਖਪਾਲ ਸਿੰਘ ਖਹਿਰਾ ਕਰ ਸਕਦੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਕਿ ਭਾਰਤੀ ਜਨਤਾ ਪਾਰਟੀ ਦਾ ਅਗਰ ਇਹਨਾਂ ਦੋਸ਼ਾਂ ਨੂੰ ਮੰਨੀਏ ਜਾਂ ਇਲਜ਼ਾਮਾਂ ਨੂੰ ਮੰਨੀਏ ਤੇ ਕਿ ਜੀ ਜਾਂ ਤੇ ਸਾਡੀ ਪਾਰਟੀ 'ਚ ਸ਼ਾਮਲ ਹੋ ਜਾਓ ਜਾਂ ਫਿਰ ਇਸ ਤਰ੍ਹਾਂ ਦੀਆਂ ਕਾਰਵਾਈ ਕਰਨ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੋ। ਇਹ ਸਿਆਸਤ ਆ, ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈਗਾ, ਔਰ ਸਿਆਸੀ ਲੋਕ ਸਿਆਣੇ ਇਹ ਕਹਿੰਦੇ ਨੇ ਕਿ ਜੇ ਉਹ ਕਹਿੰਦੇ ਨੇ ਤੇ ਉਹ ਕਰਦੇ ਨਹੀਂ, ਜੋ ਕਰਦੇ ਹੁੰਦੇ ਤੇ ਉਹ ਕਹਿੰਦੇ ਨਹੀਂ ਹੈਗੇ ਨੇ। ਪਰ ਜਿਹੜੀ ਈਡੀ ਦੀ ਰੇਡ ਆ, ਈਡੀ ਦੀ ਰੇਡ ਕਿਉਂਕਿ ਇੱਕ ਸੈਂਟਰਲ ਸਰਕਾਰ ਦੀ ਇੱਕ ਬਹੁਤ ਵੱਡੀ ਏਜੰਸੀ ਆ, ਔਰ ਚਾਹੇ ਈਡੀ ਹੋਵੇ, ਚਾਹੇ CBI ਹੋਵੇ, ਚਾਹੇ ਹੋਰ ਜਿਹੜੀਆਂ ਸੰਸਥਾਵਾਂ ਨੇ, ਉਹਨਾਂ 'ਤੇ ਲੋਕ ਬਹੁਤ ਮਾਣ ਗਰਵ ਕਰਦੇ ਹੈਗੇ ਨੇ। ਉਹ ਵੱਖਰੀ ਗੱਲ ਹੈ ਕਿ ਸਮਿਆਂ ਤੋਂ ਉਹਨਾਂ 'ਤੇ ਜਿਹੜੀ ਸ਼ਾਖ ਆ, ਉਹਨਾਂ 'ਤੇ ਧੱਬੇ ਲੱਗੇ ਨੇ, ਦਾਗ ਲੱਗੇ ਨੇ ਕਿ ਜਿਹਦੀ ਵੀ ਸਰਕਾਰ ਹੋਵੇ, ਜਿਹਦੀ ਕਹਿੰਦੇ ਨਾ ਜਿਹਦੀ ਲਾਠੀ ਉਹਦੀ ਮੱਝ ਹੈ ਨਾ, ਉਹ ਹਿਸਾਬ ਹੋ ਗਿਆ ਵਾ। ਪਰ ਟਾਈਮਿੰਗ ਦਾ ਬਹੁਤ ਵੱਡਾ ਇਸ਼ੂ ਹੈਗਾ ਕਿ ਟਾਈਮਿੰਗ ਦੇ ਮਸਲ, ਕਿਉਂਕਿ ਤਾਪਸੀ ਪੰਨੂ ਦਾ ਜ਼ਿਕਰ ਕੀਤਾ ਗਿਆ ਸੁਖਪਾਲ ਸਿੰਘ ਖਹਿਰਾ ਨੇ ਕਿ ਉਹਨਾਂ ਨੇ ਵੀ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਸੀ, ਚਾਹੇ ਅਨੁਰਾਗ ਕਸ਼ਪ ਹੋਵੇ, ਚਾਹੇ ਦਲਜੀਤ ਦੋਸਾਂਝ ਹੋਵੇ, ਹਾਲਾਂਕਿ ਉਹਨਾਂ ਨੇ ਇਨਕਮ ਟੈਕਸ ਪੇ ਵੀ ਕੀਤਾ ਸੀ, ਤਦ ਵੀ ਸੈਂਟਰਲ ਏਜੰਸੀਆਂ ਦੇ ਨੋਟਿਸ ਆ ਗਏ ਨੇ। ਜਦ ਟਾਈਮਿੰਗ ਗਲਤ ਹੋ ਜੇ ਤੇ ਫਿਰ ਲਾਜ਼ਮੀ ਤੌਰ ਤੇ ਜਿਹੜੇ ਵਿਰੋਧੀਆਂ ਦੇ ਸਵਾਲ ਨੇ ਜਾਂ ਜਿਹੜੇ ਸ਼ੰਕੇ ਨੇ ਜਾਂ ਜਿਹੜੇ ਖਦਸ਼ੇ ਨੇ, ਉਹ ਬੰਦੇ ਨੂੰ ਮਹਿਸੂਸ ਕਰਦੇ ਨੇ ਕਿ ਸ਼ਾਇਦ ਗਲਤ ਹੋ ਰਿਹਾ। ਪਰ ਇਹ ਈਡੀ ਨੂੰ ਸਾਹਮਣੇ ਸੱਚਾਈ ਦੱਸਣੀ ਪਏਗੀ। ਪਰ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਬਬਾਕੀ ਦੇ ਨਾਲ ਬੋਲਦੇ ਰਹੇ ਨੇ, ਅੱਜ ਵੀ ਉਹਨਾਂ ਨੇ ਬੋਲਿਆ ਗਿਆ। ਟਾਈਮਿੰਗ ਦੀ ਗੱਲ ਕੀਤੀ ਹੈਗੀ ਹੈ। ਹਾਲੇ ਆਮ ਤੌਰ ਤੇ ਮੰਨਿਆ ਜਾਂਦਾ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਨੇ ਕਿਸੇ ਵੀ ਸੂਬੇ ਦੇ, ਤੇ ਜਿਹੜੇ ਵਿਰੋਧੀ ਧਿਰਾਂ ਦੇ ਪਿੱਛੇ ਉਦੋਂ ਕੇਂਦਰ ਦੀਆਂ ਏਜੰਸੀਆਂ ਪੈਂਦੀਆਂ ਨੇ ਹੱਥ ਧੋ ਕੇ, ਤੇ ਹਾਲੇ ਤਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ 1 ਸਾਲ ਪਿਆ ਚੋਣਾਂ ਨੂੰ, ਤੇ ਸੁਖਪਾਲ ਸਿੰਘ ਖਹਿਰਾ ਦੇ ਪਿੱਛੇ ਪਹਿਲਾਂ ਹੀ ਕੇਂਦਰ ਦੀਆਂ ਏਜੰਸੀਆਂ ਪੈ ਗਈਆਂ। ਸਭ ਤੋਂ ਵੱਡੀ ਗੱਲ ਕਿ ਦੇਖੋ, ਇਲੈਕਸ਼ਨ ਬਿਲਕੁਲ ਸਾਲ ਹੈ ਲੇਕਿਨ 8 ਮਹੀਨੇ ਨੇ, ਤੇ ਇਲੈਕਸ਼ਨ ਜਦੋਂ ਤੁਸੀਂ ਸਰਕਾਰ ਬਣਾਉਣੀ ਹੋਵੇ ਜਾਂ ਲੜਾਈ ਕਰਨੀ ਹੋਵੇ ਫਿਰ ਤੁਹਾਡੇ ਵਾਸਤੇ ਸਮਾਂ ਨਹੀਂ ਕਿ ਸਾਲ ਰਹਿੰਦਾ ਹੈਗੇ ਜਾਂ 5 ਸਾਲ ਰਹਿੰਦੇ ਹੈਗੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟੈਸਟ ਆ ਉਹ ਹੋਣਾ। ਹਾਲਾਂਕਿ ਜਿਹੜੀਆਂ ਮਿਊਨਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਨੇ ਉਹਦੇ 'ਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਹਾਰੀ ਆ, ਪਰ ਉਹ ਕਿਉਂਕਿ ਛੋਟੀਆਂ ਇਲੈਕਸ਼ਨਾਂ ਹਮੇਸ਼ਾ ਸਰਕਾਰੀ ਤੰਤਰ ਨਾਲ ਜੁੜੀਆਂ ਰਹਿੰਦੀਆਂ, ਜਿਹਦੀ ਸਰਕਾਰ ਉਹ ਹੀ ਜਿੱਤਦੀ ਹੈਗੀ ਆ। ਪਰ ਅਸਲੀ ਜਿਹੜਾ ਇਮਤਿਹਾਨ ਭਾਰਤੀ ਜਨਤਾ ਪਾਰਟੀ ਦਾ ਉਹ ਹੋਣਾ ਵਾ ਵਿਧਾਨ ਸਭਾ 2022 ਦੇ ਵਿੱਚ, ਜਿਹੜੀਆਂ ਫਰਵਰੀ ਦੇ ਵਿੱਚ ਹੋਣੀਆਂ। 117 ਬੰਦੇ ਲੱਭਣੇ ਬੜੇ ਔਖੇ ਨੇ, ਠੀਕ ਹੈ ਜੀ, ਸਿਆਸੀ ਲੀਡਰ ਲੱਭਣੇ ਪੈਣਗੇ। ਅੱਜ ਇਸ ਕੋਠੀ ਦੇ ਅੰਦਰ ਇੱਕ ਬੰਦਾ ਬੈਠਾ ਹੋਇਆ,
ਜਿਹੜਾ ਬੰਦਾ ਬੈਠਾ ਹੋਊਗਾ ਮੈਨੂੰ ਲੱਗਦਾ ਕਿ ਹੁਣ ਸੁਖਪਾਲ ਸਿੰਘ ਖਹਿਰਾ ਜਿਸ ਤਰ੍ਹਾਂ ਜਗਦੇਵ ਸਿੰਘ ਕਮਾਲੂ ਨੇ ਕਿਹਾ ਗਿਆ ਹੁਣ ਤੇ ਕਿਹੜੇ ਜਾਊਗਾ, ਇਹਦਾ ਤਾਂ ਮਤਲਬ ਕਿ ਜਿਹੜਾ ਵੀ ਡਰਾ ਧਮਕਾ ਕੇ ਕਿਸੇ ਨੂੰ ਸ਼ਾਮਲ ਕਰਾ ਲੋਗੇ ਫਿਰ ਤੇ ਤੁਹਾਡੀ ਨਾ ਜਿੱਤ ਜਾਂ ਕੱਲ ਇੱਜ਼ਤ। ਪੱਛਮੀ ਬੰਗਾਲ ਦੇ ਵਿੱਚ ਆਪਾਂ ਦੇਖਿਆ ਹੈਗਾ ਕਿ ਪੱਛਮੀ ਬੰਗਾਲ ਚੋਣਾਂ ਹੋਣ ਜਾ ਰਹੀਆਂ ਨੇ, ਜਿਹੜੇ ਬੰਦੇ ਪਿਆਰ ਨਾਲ ਸ਼ਾਮਲ ਨਹੀਂ ਹੋਏ ਬੀਜੇਪੀ ਕਹਿੰਦੀ ਅਸੀਂ ਚੁੱਕ ਕੇ ਲਿਆਵਾਂਗੇ, ਕਿਤੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਤਾਂ ਉਹ ਤਾਂ ਕਾਰਵਾਈ ਨਹੀਂ ਹੋ ਰਹੀ। ਜੇ ਪਿਆਰ ਨਾਲ ਪਹਿਲਾਂ ਪੁੱਛਿਆ ਕਿ ਆ ਜਾਓ, ਜੇ ਨਹੀਂ ਆਉਂਦੇ ਤਾਂ ਕੋਈ ਗੱਲ ਨਹੀਂ, ਇਦਾਂ ਲੈਣੇ। ਦੇਖੋ ਸੁਖਪਾਲ ਸਿੰਘ ਖਹਿਰਾ ਦੀ ਅਗਰ ਗੱਲ ਕੀਤੀ ਜਾਵੇ ਤੇ ਜਦੋਂ 2017 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਵੀ ਅਪਰੋਚ ਕੀਤੀ ਸੀ ਕਿ ਤੁਸੀਂ ਭਲੱਥ ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜੋ, ਸੁਖਪਾਲ ਸਿੰਘ ਖਹਿਰਾ ਨੇ ਉਦੋਂ ਵੀ ਮਨਾ ਕੀਤਾ ਸੀ। ਹੁਣ ਅਗਰ ਭਾਰਤੀ ਜਨਤਾ ਪਾਰਟੀ ਐਡੀ ਵੱਡੀ ਪਾਰਟੀ ਆ ਜਿਹਦੇ ਕਈ ਸੂਬਿਆਂ ਦੇ ਵਿੱਚ ਉਹਦਾ ਰਾਜ ਆ, ਸੈਂਟਰ ਸਰਕਾਰ ਉਹਨਾਂ ਕੋਲ ਆ, ਪਾਰਲੀਮੈਂਟ ਦੇ ਵਿੱਚ 300 MP ਉਹਨਾਂ ਕੋਲ ਆ, ਨਰਿੰਦਰ ਮੋਦੀ ਵਰਗਾ ਚਿਹਰਾ ਵਾ, ਅਮਿਤ ਸ਼ਾਹ ਵਰਗੀ ਨਾਲ ਜੋੜੀ ਆ, ਤੇ ਮੈਨੂੰ ਲੱਗਦਾ ਨਹੀਂ ਕਿ ਇਦਾਂ ਦੀਆਂ ਹਰਕਤਾਂ ਕੀਤੀਆਂ ਜਾਣਗੀਆਂ ਭਾਰਤੀ ਜਨਤਾ ਪਾਰਟੀ ਵੱਲੋਂ। ਪਰ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ। ਸਿੱਖ ਚਿਹਰਾ ਇੱਕ ਵੱਡਾ ਸਿੱਖ ਚਿਹਰਾ ਪੰਜਾਬ ਦੇ ਵਿੱਚ ਬੀਜੇਪੀ ਭਾਲਦੀ ਹੈ, ਹਾਲੇ ਤੱਕ ਉਹਨਾਂ ਨੂੰ ਲੱਭਿਆ ਨਹੀਂ। ਨਵਜੋਤ ਸਿੰਘ ਸਿੱਧੂ ਦੀਆਂ ਵੀ ਅੰਦਰ ਖਾਤੇ ਮਿੰਤਾ ਕਰਕੇ ਦੇਖ ਲੀਆਂ, ਉਹ ਵੀ ਨਹੀਂ ਆਏ। ਤੇ ਹੁਣ ਸੁਖਪਾਲ ਸਿੰਘ ਖਹਿਰਾ ਤੇ ਨਜ਼ਰ ਹੋ ਸਕਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਆਗੂ ਰਹੇ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਵੱਲੋਂ। ਅਮਨ ਮੈਨੂੰ ਲੱਗਦਾ ਅਗਰ ਭਾਰਤੀ ਜਨਤਾ ਪਾਰਟੀ ਦੀ ਜਾਂ RSS ਦੀ ਵਿਚਾਰਧਾਰਾ ਨੂੰ ਆਪਾਂ ਪੜ੍ਹੀਏ ਜਾਂ ਸਮਝਣ ਦੀ ਕੋਸ਼ਿਸ਼ ਕਰੀਏ, ਹਾਲਾਂਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਬੜੀ ਡੂੰਘੀ ਆ ਤੇ ਉਹ ਪੰਜਾਬ ਦੇ ਵਿੱਚ ਸਿੱਖ ਚਿਹਰਾ ਲੱਭਦੀ ਹੋਵੇ, ਉਹਨਾਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਬੜਾ ਸਮਾਜਿਕ ਜੋੜ ਤੋੜ ਕੀਤਾ ਹੈਗਾ। ਔਰ ਹਰਿਆਣਾ ਸਭ ਤੋਂ ਵੱਡੀ ਐਗਜ਼ਾਮਪਲ ਆ ਕਿ ਜਾਟ ਨੌਨ ਜਾਟ ਦਾ ਇਸ਼ੂ ਬਣਾ ਕੇ ਉਹਨਾਂ ਮਨੋਹਰ ਲਾਲ ਖੱਟੜ ਨੂੰ 2 ਵਾਰ ਮੁੱਖ ਮੰਤਰੀ ਬਣਾਤਾ। ਪੰਜਾਬ ਦੇ ਵਿੱਚ 20-22% ਦੀ ਹਿੰਦੂ ਭਾਈਚਾਰਾ ਔਰ 35-36% ਦੀ SC ਭਾਈਚਾਰਾ। ਔਰ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਆ ਕਿ ਦਲਿਤ ਔਰ ਜਿਹੜਾ ਹਿੰਦੂ ਕਾਰਡ ਉਹ ਖੇਡਿਆ ਜਾਵੇ। ਉਹ BJP ਔਰ RSS ਨਹੀਂ ਚਾਹੇਗੀ ਕਿ ਪੰਜਾਬ ਦੇ ਵਿੱਚ ਜਿਹੜਾ 20-25% ਜੱਟ ਆ ਉਹ ਪੰਜਾਬ ਨੂੰ ਲੀਡ ਕਰੇ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ। ਤੁਸੀਂ ਦੇਖੋਗੇ ਅਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਕਿਹੜਾ ਸਿੱਖ ਪ੍ਰਧਾਨ ਬਣਾਇਆ ਹੈਗਾ। ਅੰਮ੍ਰਿਤਸਰ ਇੱਕ ਪਵਿੱਤਰ ਧਰਤੀ ਆ, ਉੱਥੋਂ ਹੁਣ ਤਾਂ ਸਾਰੇ ਡਰਦੇ ਨੇ BJP ਵਿੱਚ ਸ਼ਾਮਲ ਹੋਣ ਤੋਂ, ਹੁਣ ਤਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਹਰੇਕ ਕੋਈ। ਡਰਨ ਵਾਲੇ ਲੋਕ ਹਿੰਦੁਸਤਾਨ ਨਹੀਂ ਤੇ ਮੈਨੂੰ ਲੱਗਦਾ ਨਹੀਂ ਹੈਗਾ, ਨਾ ਪੰਜਾਬੀ ਤਾਂ ਬਿਲਕੁਲ ਨਹੀਂ ਹੋ ਸਕਦਾ ਹੈਗਾ ਕਿ ਇਦਾਂ ਤੁਸੀਂ ਅਗਰ ਕਿਸੇ ਪੰਜਾਬ ਦੇ ਵਿੱਚ ਇਸ ਟਾਈਮ ਤਾਂ ਕੋਈ ਵੀ ਜ਼ਰੂਰਤ ਨਹੀਂ ਕਰ ਰਿਹਾ ਕਿ BJP ਦੇ ਵਿੱਚ ਜਾ ਕੇ ਸ਼ਾਮਲ ਹੋ ਜੇ। ਉਹਨਾਂ ਨੂੰ ਪਤਾ ਹੈ ਕਿ ਜਿਹੜੇ ਪਹਿਲਾਂ ਹੈਗੇ ਨੇ ਉਹਨਾਂ ਨੂੰ ਡੱਕਿਆ ਹੋਇਆ ਘਰਾਂ ਦੇ ਵਿੱਚ, ਬਾਹਰ ਨਿਕਲਣਾ ਔਖਾ ਪਿਆ। ਪਰ ਭੁੱਲਰ ਸਾਹਿਬ ਕੀ ਵੱਡਾ ਕਾਰਨ ਮੰਨਦੇ ਹੋ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਜਿਸ ਤਰੀਕੇ ਨਾਲ UAPA ਤਹਿਤ ਜਿਹੜੇ ਨੌਜਵਾਨਾਂ ਦੇ ਉੱਤੇ ਮਾਮਲੇ ਦਰਜ ਸੀ ਉਹਨਾਂ ਦਾ ਸਮਰਥਨ ਕੀਤਾ ਸੁਖਪਾਲ ਸਿੰਘ ਖਹਿਰਾ ਨੂੰ, ਇਸ ਕਰਕੇ ਅੱਜ ਜਿਹੜੀ ED ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਥੇ ਛਾਪਾ ਵੱਜਿਆ, ਇੱਕ ਵੱਡਾ ਕਾਰਨ ਹੋ ਸਕਦਾ ਹੈ? ਮੈਂ ਕਿਹਾ ਟਾਈਮਿੰਗ ਆ। ED ਨੂੰ ਕਿਹੜੀ ਕੰਪਲੇਂਟ ਮਿਲੀ ਆ, ED ਨੇ ਦੇਖੋ ਕਿੰਨੇ ਦਿਨਾਂ 'ਚ ਤਿਆਰੀ ਕੀਤੀ ਹੈਗੀ ਹੈ। ਅੱਜ ਤੇ ਹੋ ਨਹੀਂ ਸਕਦਾ ਹੈਗਾ ਕਿ ਅੱਜ ਹੁਕਮ ਹੋ ਗਏ ਤੇ ਜਾ ਕੇ ਸੁਖਪਾਲ ਸਿੰਘ ਖਹਿਰਾ ਦੇ ਘਰ ਰੇਡ ਕਰ ਦੋ ਨਾ। ਟਾਈਮਿੰਗ ਤੇ ਸਵਾਲ ਆ ਕਿ ਕਿਉਂਕਿ ਤਾਜ਼ਾ ਕਿਉਂਕਿ ਕਿਸਾਨੀ ਅੰਦੋਲਨ ਆ, ਕਿਸਾਨੀ ਅੰਦੋਲਨ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਲੋਕ ਜੁੜੇ ਸੀ, ਈਵਨ ਕਿ ਜਿਹੜੀ ਬਹੁਤ 18-19 ਸਾਲ ਦੀ ਜਿਹੜੀ ਕੌਮਾਂਤਰੀ ਪੱਧਰ ਤੇ ਹੈ ਸੀ ਆਪਣੀ ਲੜਕੀ ਜਿਹਦਾ ਨਾਮ ਸੀ ਥਾਨਵਰਗ, ਉੱਤੇ ਪਰਚਾ ਦਿੱਲੀ ਪੁਲਿਸ ਨੇ ਦਰਜ ਕਰ ਦਿੱਤਾ ਹੈਗਾ। ਟਾਈਮਿੰਗ ਤੇ ਸਵਾਲ ਹੋ ਰਹੇ। ਕੇਂਦਰ ਦੀਆਂ ਏਜੰਸੀਆਂ ਤਾਂ ਬੜੀਆਂ ਫਾਸਟ ਚੱਲ ਰਹੀਆਂ ਨੇ। ਜਦੋਂ 26 ਜਨਵਰੀ ਦੇ ਘਟਨਾਕ੍ਰਮ ਵਾਪਰਿਆ, ਉਹ ਜਿਹੜੇ ਉੱਥੇ ਸ਼ਾਮਲ ਹੋਏ ਬੰਦੇ ਉਹ ਹਾਲੇ ਘਰਾਂ ਨੂੰ ਨਹੀਂ ਪਰਤੇ ਹੋਣੇ, ਪਹਿਲਾਂ ਨੋਟਿਸ ਉਹਨਾਂ ਦੇ ਘਰੇ ਆ ਕੇ ਲੱਗੇ ਹੋਏ ਸੀ। ਨਹੀਂ ਉਹ ਫਾਸਟ ਤੇ ਚੱਲਦੀਆਂ ਹੈਗੀਆਂ ਕਿ ਮਰੇ ਬੰਦੇ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈਗਾ। ਇਸ ਤੋਂ ਜ਼ਿਆਦਾ ਸਪੀਡ ਤੇ ਹੋ ਨਹੀਂ ਸਕਦੀ ਕਿ ਬੰਦਾ ਸਵਰਗ ਸੁਧਾਰ ਗਿਆ ਔਰ ਸੈਂਟਰ ਸਰਕਾਰ ਨੂੰ ਪਤਾ ਨਹੀਂ ਲੱਗਾ ਕਿ ਬੰਦੇ ਦੇ ਘਰਦਿਆਂ ਨੇ ਫੁੱਲ ਵੀ ਤਾਰ ਦਿੱਤੇ ਹੈਗੇ ਨੇ। ਇਸ ਕਰਕੇ ਜਦੋਂ ਕਾਲੀ ਦੇ ਨਾਲ ਕੰਮ ਗਲਤ ਤੇ ਗਲਤ ਹੁੰਦਾ, ਉਹੀ ਮੈਂ ਵਾਰ-ਵਾਰ ਕਰਕੇ ਟਾਈਮਿੰਗ ਦੇ, ਚਾਹੇ ਤਾਪਸੀ ਪੰਨੂ ਦਾ ਮਸਲਾ ਹੋਵੇ ਚਾਹੇ ਰਾਗ ਕਸ਼ਪ ਦਾ ਮਸਲਾ ਹੋਵੇ। ਅੱਜ ਦੀ ਟਾਈਮਿੰਗ ਕੀ ਮੰਨਦੇ ਹੋ? ਸੁਖਪਾਲ ਸਿੰਘ ਖਹਿਰਾ ਦੀ ਕੋਠੀ ਉੱਤੇ ਰੇਡ ਵੱਜਦੀ ਹੈ, ਅੱਜ ਇਹ ਟਾਈਮ ਠੀਕ ਹੈਗਾ ਜਾਂ ਟਾਈਮ ਗਲਤ ਚੱਲ ਰਿਹਾ ਸੀਗਾ? ਟਾਈਮ ਦੇਖੋ ਕਿਹਦਾ ਮਾੜਾ, ਸੈਂਟਰ ਸਰਕਾਰ ਦਾ ਮਾੜਾ ਜਾਂ ਸੁਖਪਾਲ ਖਹਿਰਾ ਦਾ ਟਾਈਮਿੰਗ ਮਾੜਾ ਹੈਗਾ, ਹੈ ਨਾ। ਟਾਈਮ ਤੇ ਚੰਗਾ ਹੀ ਹੁੰਦਾ ਪਰ ਮਾੜਾ ਕਿਹਦੇ ਵਾਸਤੇ ਇਹ ਸਮਾਂ ਦੱਸੂਗਾ। ਪਰ ਸਵਾਲ ਹੈ ਕਿ ਜਿਸ ਤਰ੍ਹਾਂ ਦੇ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਖੜੀਆਂ ਹੋਈਆਂ ਨੇ ਔਰ ਨੌਨ BJP ਜਿਹੜੀਆਂ ਗੌਰਮੈਂਟ ਹੈਗੀਆਂ ਨੇ, ਚਾਹੇ ਪੱਛਮੀ ਬੰਗਾਲ ਹੋਵੇ, ਚਾਹੇ ਕੇਰਲਾ ਹੋਵੇ, ਚਾਹੇ ਪੰਜਾਬ ਹੋਵੇ, ਉਹਨਾਂ ਨੇ ਰੈਜੂਲੇਸ਼ਨ ਪਾਸ ਕੀਤੇ ਹੋਏ ਨੇ, ਅਮੈਂਡਮੈਂਟ ਕੀਤੀ ਆ, ਆਰਡੀਨੈਂਸ ਜਾਰੀ ਹੋਏ ਨੇ ਕਿ ਅਗਰ CBI ਨੇ ਸਾਡੇ ਸਟੇਟ ਦੇ ਵਿੱਚ ਰੇਡ ਕਰਨੀ ਹੈਗੀ ਆ ਤਾਂ ਪਹਿਲਾਂ ਸਾਡੇ ਕੋਲ ਮਨਜ਼ੂਰੀ ਲੈਣੀ ਪਏਗੀ। ਔਰ ਮੈਨੂੰ ਲੱਗਦਾ ਕਿ ਇਦਾਂ ਹੁਣ ED ਦੇ ਹੋਵੇਗਾ ਕਿ ਜੇ ਕਿਸੇ ਵੀ ਸੈਂਟਰ ਸਰਕਾਰ ਨੇ ਕਿਸੇ ਵੀ ਸਟੇਟ ਦੇ ਵਿੱਚ ਜਿੱਥੇ BJP ਰਾਜ ਨਹੀਂ ਕਰਦੀ, ਪਹਿਲਾਂ ਸਟੇਟ ਨੂੰ ਜ਼ਿੰਮੇਵਾਰੀ, ਕਿਉਂਕਿ ਸਟੇਟ ਕੋਲ ਪਾਵਰਾਂ ਹੈਗੀਆਂ ਨੇ। ਇਸ ਕਰਕੇ ਤੁਸੀਂ ਦੇਖੋ ਕਦੀ ਸੁਣਿਆ ਹੈਗਾ ਸੀ ਕਿ CBI ਰੇਡ ਕਰਨ ਜਾਵੇ ਤਾਂ ਉੱਥੋਂ ਦੀ ਪੁਲਿਸ ਅਰੈਸਟ ਕਰ ਲਏ ਉਹਨਾਂ ਨੂੰ। ਇਹ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਨੂੰ ਕਰਨਾ ਪਿਆ ਕਿਉਂਕਿ ਉਹ ਮਹਿਸੂਸ ਕਰਦੇ ਸੀ ਕਿ ਸੈਂਟਰ ਜਿਹੜੀ ਏਜੰਸੀ ਆ CBI ਉਹਦੀ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ। ਇਹ ਵੈਸੇ ਨਵੀਂ ਗੱਲ ਨਹੀਂ ਹੈ ਕਿ
ਕਿ ਸੀਬੀਆਈ ਦੀ ਪਹਿਲੀ ਵਾਰ ਦੁਰਵਰਤੋਂ ਹੋਈ ਆ। ਇਸ ਤੋਂ ਪਹਿਲਾਂ ਵੀ ਕਦੀ ਕਹਿੰਦੇ ਸੀ ਇਹ ਪਿੰਜਰਾ ਵਾ, ਪਿੰਜਰੇ ਦੇ ਵਿੱਚ ਤੋਤਾ ਵਾ, ਹੁਣ ਪਤਾ ਨਹੀਂ ਕੀ ਕਿਸ ਕੋ ਗੱਲਾਂ ਕੀਤੀਆਂ ਜਾਣੇ। ਤੇ ਇਸ ਕਰਕੇ ਜਿਹੜੀ ਵਿਧਾਨ ਸਭਾ ਦੇ ਵਿੱਚ ਆ, ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਅਗਰ ਸੁਖਪਾਲ ਸਿੰਘ ਖਹਿਰਾ ਦੇ ਘਰ ਅੱਗ ਲੱਗੀ ਆ ਤੇ ਅਗਲਾ ਨੰਬਰ ਉਸ ਦਾ ਵੀ ਹੋ ਸਕਦਾ, ਤੁਹਾਡਾ ਵੀ ਹੋ ਸਕਦਾ। ਤੇ ਇਸ ਕਰਕੇ ਜਿਹੜੀਆਂ ਇਹ ਸੰਵਿਧਾਨਿਕ ਅਦਾਰੇ ਨੇ, ਚਾਹੇ ਸੀਬੀਆਈ ਆ, ਚਾਹੇ ਇਲੈਕਸ਼ਨ ਕਮਿਸ਼ਨ ਆ, ਚਾਹੇ ਇਨਕਮ ਟੈਕਸ ਆ, ਚਾਹੇ ਕੈਗ ਆ, ਚਾਹੇ ਈਡੀ ਆ, ਅਗਰ ਇਹਨਾਂ ਅਦਾਰਿਆਂ ਦੀ ਦੁਰਵਰਤੋਂ ਹੋਣ ਲੱਗ ਪਈ ਹਨ ਤੇ ਫਿਰ ਕਿਉਂਕਿ ਸੰਵਿਧਾਨ ਦਾ ਤੁਸੀਂ ਮਤਲਬ ਕਿ ਚੀਰ ਹਰਨ ਕਰ ਦਿੱਤਾ ਹੈਗਾ। ਤੇ ਇਸ ਕਰਕੇ ਜਿਹੜਾ ਲੋਕਤੰਤਰ ਆ, ਲੋਕਤੰਤਰ ਕੀ ਕਹਿੰਦੇ ਕਿ ਲੋਕਾਂ ਦਾ ਤੰਤਰ, ਔਰ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ, ਸਰਕਾਰਾਂ ਵੱਲੋਂ ਚੁਣੇ ਹੋਏ ਲੀਡਰ ਵੱਡੇ ਨਹੀਂ ਹੁੰਦੇ। ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਉਹ ਕੋਈ ਵੱਡੀ ਚੀਜ਼ ਨਹੀਂ ਆ, ਸੰਵਿਧਾਨ ਵੱਡਾ ਚੀਜ਼ ਆ ਔਰ ਸੰਵਿਧਾਨ ਲੋਕਾਂ ਵਾਸਤੇ ਬਣਿਆ ਹੈਗਾ। ਤੇ ਇਸ ਕਰਕੇ ਅੱਜ ਇਹਨਾਂ ਦੇ ਘਰ ਰੀਡ ਆ, ਪਤਾ ਨਹੀਂ ਕੀ ਮਾਇਨੇ ਨੇ, ਕੀ ਬਣਦਾ ਹੈਗਾ। ਸ਼ੁਕਰੀਆ ਗੱਲਬਾਤ ਕਰਨ ਲਈ। ਬਹੁਤ ਸੋ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ, ਜਿਨ੍ਹਾਂ ਦਾ ਕਹਿਣਾ ਹੈ ਕਿ ਸਮਾਂ ਬੜਾ ਇੰਪੋਰਟੈਂਟ ਹੁੰਦਾ ਹੈ, ਪਰ ਦੇਖਣਾ ਬੜਾ ਦਿਲਚਸਪ ਹੋਏਗਾ ਕਿ ਸਮਾਂ ਕੇਂਦਰ ਦਾ ਮਾੜਾ ਚੱਲ ਰਿਹਾ, ਕੇਂਦਰੀ ਏਜੰਸੀਆਂ ਦਾ ਮਾੜਾ ਚੱਲ ਰਿਹਾ ਜਾਂ ਸੁਖਪਾਲ ਸਿੰਘ ਖਹਿਰਾ ਦਾ ਮਾੜਾ ਚੱਲ ਰਿਹਾ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜੇ ਕੇਂਦਰ ਦੀਆਂ ਏਜੰਸੀਆਂ ਦੀ ਦੁਰਵਰਤੋਂ ਹੋਣ ਲੱਗ ਜੇ ਤਾਂ ਉਹ ਲੋਕਤੰਤਰ ਲਈ ਇੱਕ ਵੱਡਾ ਖਤਰਾ ਜ਼ਰੂਰ ਖੜਾ ਹੋ ਜਾਂਦਾ ਹੈ। ਜਿਵੇਂ ਸੀਬੀਆਈ ਦੇ ਉੱਤੇ ਕਾਨੂੰਨ ਬਣੇ ਨੇ, ਦੂਜੇ ਸੂਬਿਆਂ ਦੇ ਵਿੱਚ ਸੀਬੀਆਈ ਨੂੰ ਰੇਡ ਮਾਰਨ ਲਈ ਪਹਿਲਾਂ ਉੱਥੋਂ ਦੀ ਸਰਕਾਰ ਦੀ, ਪੁਲਿਸ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਦੇ ਉੱਤੇ ਵੀ ਕਾਨੂੰਨ ਬਣਾਉਣੇ ਲਾਜ਼ਮੀ ਹੋ ਜਾਣਗੇ, ਜਿਸ ਤਰੀਕੇ ਨਾਲ ਰੇਡ ਮਾਰੀ ਗਈ ਹੈ। ਪਰ ਦੇਖਣਾ ਹਾਲੇ ਬੜਾ ਦਿਲਚਸਪ ਹੋਏਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੇ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਵਿਚਲੀ ਕੋਠੀ ਤੇ ਰੇਡ ਮਾਰੀ, 10 ਥਾਵਾਂ ਦੇ ਉੱਤੇ ਹੋਰ ਰੇਡ ਮਾਰੀ, ਤਾਂ ਅਜੇ ਕਿਹੜੇ ਸਬੂਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹੱਥ ਲੱਗੇ ਨੇ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ, ਇਹ ਹਾਲੇ ਭੁੱਖ ਦੇ ਗਰਭ ਦੇ ਵਿੱਚ ਹੈ। ਥੋੜੀ ਦੇਰ ਤੱਕ ਜਿਹੜਾ ਭੇਤ ਹੈਗਾ ਉਹ ਖੋਲ ਜਾਊਗਾ, ਪਰਦਾ ਜਿਹੜਾ ਹੈਗਾ ਉਹ ਫਾਸ਼ ਹੋ ਜਾਊਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ, ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।